ਸਤਿ ਸ਼੍ਰੀ ਅਕਾਲ ਸਟੂਡੈਂਟਸ। ਲਾਸਟ ਟਾਈਮ ਆਪਾਂ ਡਿਸਕਸ ਕਰ ਲਿਆ ਸੀਗਾ ਵੀ ਜਿਹੜੇ ਆਪਣੇ ਇੰਸਟਰੂਮੈਂਟਸ ਹੁੰਦੇ ਆ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਤਰ੍ਹਾਂ ਦੇ ਟਾਰਕ ਹੁੰਦੇ ਆ, ਇੰਸਟਰੂਮੈਂਟ ਕਿਹੜੇ ਕਿਹੜੇ ਤਰ੍ਹਾਂ ਦੇ ਹੁੰਦੇ ਆ, ਇੰਟੀਗ੍ਰੇਟਿੰਗ ਇੰਸਟਰੂਮੈਂਟ ਕਿਹੜੇ ਹੁੰਦੇ ਆ, ਇੰਟੈਗਰੇਟਿੰਗ ਇੰਸਟਰੂਮੈਂਟਸ ਕਿਹੜੇ ਕਿਹੜੇ ਹੁੰਦੇ ਆ। ਇਹ ਸਾਰੀਆਂ ਚੀਜ਼ਾਂ ਆਪਾਂ ਸਟੱਡੀ ਕੀਤੀਆਂ। ਇਸ ਤੋਂ ਬਾਅਦ ਜਿਹੜਾ ਆਪਾਂ ਚੈਪਟਰ ਕਰਨਾ ਉਹ ਹੈ ਐਮੀਟਰ ਐਂਡ ਵੋਲਟਮੀਟਰ। ਸੋ ਐਮੀਟਰ ਤੇ ਵੋਲਟਮੀਟਰ ਜਿਹੜਾ ਆ ਇਹਨਾਂ ਦੀ ਵਰਕਿੰਗ ਤੁਹਾਨੂੰ ਪਤਾ ਹੈ ਵੀ ਕੀ ਹੁੰਦੀ ਹੈ। ਐਮੀਟਰ ਕੀ ਕਰਦੇ ਆ, ਆਪਾਂ ਸਰਕਟ ਦੇ ਸੀਰੀਜ਼ ਦੇ ਵਿੱਚ ਕਨੈਕਟ ਕਰਦੇ ਆ ਕਰੰਟ ਨੂੰ ਮੇਜ਼ਰ ਕਰਨ ਵਾਸਤੇ, ਤੇ ਵੋਲਟਮੀਟਰ ਨੂੰ ਆਪਾਂ ਸਰਕਟ ਦੇ ਵਿੱਚ ਪੈਰਲਲ ਦੇ ਵਿੱਚ ਹਮੇਸ਼ਾ ਕਨੈਕਟ ਕਰਦੇ ਹਾਂ ਵੋਲਟੇਜ ਨੂੰ ਮੇਜ਼ਰ ਕਰਨ ਵਾਸਤੇ। ਸੋ ਇਹ ਜਿਹੜੇ ਇੰਸਟਰੂਮੈਂਟਸ ਹੁੰਦੇ ਆ ਨਾ, ਇਹਨਾਂ ਦੀ ਆਪਣੀ ਹੀ ਆਪਣੀ ਅਲੱਗ-ਅਲੱਗ ਜਿਹੜੀ ਹੁੰਦੀ ਆ ਵਰਕਿੰਗ ਹੁੰਦੀ ਆ, ਅਲੱਗ-ਅਲੱਗ ਤਰ੍ਹਾਂ ਦੀ ਕੰਸਟਰਕਸ਼ਨ ਹੁੰਦੀ ਆ। ਸੋ ਇਹਨਾਂ ਨੂੰ ਕੰਸਟਰਕਸ਼ਨ ਦੇ ਪੁਆਇੰਟ ਆਫ ਵਿਊ ਤੋਂ ਦੇਖਿਆ ਜਾਵੇ ਤਾਂ ਆਪਾਂ ਇਹਨੂੰ ਕਲਾਸੀਫਾਈ ਕਰ ਦਿੰਦੇ ਹਾਂ ਦੋ ਟਾਈਪਸ ਦੇ ਵਿੱਚ। ਜਿਵੇਂ ਇੱਕ ਆਪਾਂ ਮੂਵਿੰਗ ਆਇਰਨ ਦੇ ਵਿੱਚ ਕਲਾਸੀਫਾਈ ਕਰ ਦਿੰਦੇ ਹਾਂ, ਅਤੇ ਇੱਕ ਆਪਾਂ ਇਹਨੂੰ ਕਰ ਦਿੰਦੇ ਹਾਂ ਮੂਵਿੰਗ ਕੋਇਲ ਇੰਸਟਰੂਮੈਂਟ ਦੇ ਵਿੱਚ। ਸੋ ਇਹੀ ਜਿਹੜੇ ਇਹਦੀਆਂ ਕਲਾਸੀਫਿਕੇਸ਼ਨ ਆ ਐਜ਼ ਪਰ ਇਹਦੀ ਕੰਸਟਰਕਸ਼ਨ ਦੇ ਅਕੋਰਡਿੰਗ ਜਿਹੜੀਆਂ ਇਹਦੀਆਂ ਕਲਾਸੀਫਿਕੇਸ਼ਨਸ ਆ ਉਹਨੂੰ ਆਪਾਂ ਜਿਹੜਾ ਮੇਨ ਸਟੱਡੀ ਕਰਨਾ ਆਪਾਂ ਇਸ ਚੈਪਟਰ ਦੇ ਵਿੱਚ। ਸੋ ਇਹਨੂੰ ਸਟਾਰਟ ਕਰਦੇ ਹੋਏ ਸਭ ਤੋਂ ਪਹਿਲਾਂ ਆਪਾਂ ਜਿਹੜਾ ਸਟਾਰਟ ਕਰਨਾ ਉਹ ਹੈ ਮੂਵਿੰਗ ਆਇਰਨ ਇੰਸਟਰੂਮੈਂਟਸ। ਸੋ ਜਿਹੜੇ ਮੂਵਿੰਗ ਆਇਰਨ ਇੰਸਟਰੂਮੈਂਟਸ ਹੁੰਦੇ ਆ ਇਹ ਸਭ ਤੋਂ ਸਸਤੇ ਇੰਸਟਰੂਮੈਂਟ ਹੁੰਦੇ ਆ ਅਤੇ ਸਭ ਤੋਂ ਸਿੰਪਲ ਕੰਸਟਰਕਸ਼ਨ ਹੁੰਦੀ ਆ ਇਹਨਾਂ ਇੰਸਟਰੂਮੈਂਟਸ ਦੀ। ਸੋ ਐਕੂਰੇਟ ਵੀ ਕਾਫੀ ਹੁੰਦੇ ਆ ਅਤੇ ਇਹ ਫਿਕਸਡ ਪਾਵਰ ਸਪਲਾਈ ਫ੍ਰੀਕੁਐਂਸੀ 'ਤੇ ਕੰਮ ਕਰਦੇ ਆ। ਫ੍ਰੀਕੁਐਂਸੀ ਦਾ ਮਤਲਬ ਤਾਂ ਸਮਝਦੇ ਆ ਨਾ ਵੀ 1 ਸੈਕਿੰਡ ਦੇ ਵਿੱਚ ਕਿੰਨੇ ਨੰਬਰ ਆਫ ਸਾਈਕਲਸ ਜਿਹੜੇ ਆ ਉਹ ਤੁਹਾਡੇ ਜਾ ਰਹੇ ਆ, ਉਹਨੂੰ ਆਪਾਂ ਕਹਿੰਦੇ ਆ ਫ੍ਰੀਕੁਐਂਸੀ। ਜਿੱਦਾਂ ਆਪਣੇ ਇੰਡੀਆ ਦੇ ਵਿੱਚ ਜਿਹੜੀ ਸਟੈਂਡਰਡ ਫ੍ਰੀਕੁਐਂਸੀ ਆ ਉਹ ਕਿੰਨੀ ਆ, 50 ਹਰਟਜ਼, 50 ਹਰਟਜ਼ ਫ੍ਰੀਕੁਐਂਸੀ ਆ। ਯਾਨੀ ਕਿ 1 ਸੈਕਿੰਡ ਦੇ ਵਿੱਚ ਜਿਹੜੇ ਆ 50 ਸਾਈਕਲ ਜਿਹੜੇ ਆ ਉਹ ਮੂਵ ਕਰਦੇ ਆ ਜਾਂ ਅੱਗੇ ਲਿਜਾਂਦੇ ਆ। ਇੱਦਾਂ ਹੀ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਤਾਂ ਉੱਥੇ ਜਿਹੜੀ ਸਟੈਂਡਰਡ ਫ੍ਰੀਕੁਐਂਸੀ ਚੱਲਦੀ ਆ ਉਹ ਚੱਲਦੀ ਆ 60 ਹਰਟਜ਼। ਠੀਕ ਹੈ, ਉੱਥੇ 60 ਹਰਟਜ਼ ਦੀ ਫ੍ਰੀਕੁਐਂਸੀ ਚੱਲਦੀ ਆ। ਸੋ ਫਿਕਸਡ ਪਾਵਰ ਸਪਲਾਈ ਫ੍ਰੀਕੁਐਂਸੀ 'ਤੇ ਹੀ ਇਹ ਕੰਮ ਕਰਦੇ ਆ। ਮੀਨਸ ਕਿ ਜੇ ਆਪਣੀ ਫ੍ਰੀਕੁਐਂਸੀ ਜਿਹੜੀ ਆ ਉਹ ਚੇਂਜ ਹੋਊਗੀ ਤਾਂ ਇਹਦੀ ਵਰਕਿੰਗ 'ਤੇ ਵੀ ਇਫੈਕਟ ਪਊਗਾ। ਸੋ ਇਸ ਕਰਕੇ ਆਪਾਂ ਇਹ ਚੀਜ਼ ਮੈਂਸ਼ਨ ਕੀਤੀ ਹੋਈ ਹੈ ਇਹਦੇ ਵਿੱਚ ਕਿ ਫਿਕਸਡ ਪਾਵਰ ਸਪਲਾਈ ਫ੍ਰੀਕੁਐਂਸੀ। ਇਹ ਜਿਹੜੇ ਮੂਵਿੰਗ ਆਇਰਨ ਇੰਸਟਰੂਮੈਂਟਸ ਹੁੰਦੇ ਆ ਨਾ, ਇਹਨਾਂ ਨੂੰ ਆਪਾਂ AC ਸਪਲਾਈ 'ਤੇ ਵੀ ਯੂਜ਼ ਕਰ ਸਕਦੇ ਹਾਂ ਅਤੇ DC ਸਪਲਾਈ 'ਤੇ ਵੀ ਯੂਜ਼ ਕਰ ਸਕਦੇ ਹਾਂ। ਦੋਨਾਂ ਹੀ ਆਪਾਂ ਸਪਲਾਈਜ਼ ਦੇ ਉੱਪਰ ਜਿਹੜਾ ਇਹਨੂੰ ਯੂਜ਼ ਕਰ ਸਕਦੇ ਹਾਂ। ਅਤੇ ਇਹ ਇੰਸਟਰੂਮੈਂਟਸ ਦੇ ਨਾਲ ਇਹ ਜਿਹੜੀ ਕੰਸਟਰਕਸ਼ਨ ਹੁੰਦੀ ਆ ਮੂਵਿੰਗ ਆਇਰਨ ਇੰਸਟਰੂਮੈਂਟਸ ਜਿਹੜੇ ਹੁੰਦੇ ਆ, ਇਹਨਾਂ ਨੂੰ ਆਪਾਂ ਇਹ ਵੋਲਟਮੀਟਰ ਦੇ ਵੀ ਬਣਾ ਸਕਦੇ ਹਾਂ ਅਤੇ ਐਮੀਟਰ ਵੀ ਬਣਾ ਸਕਦੇ, ਯਾਨੀ ਕਿ ਇਹਨਾਂ ਨੂੰ ਆਪਾਂ ਵੋਲਟਮੀਟਰ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹਾਂ ਅਤੇ ਐਮੀਟਰ ਦੀ ਤਰ੍ਹਾਂ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਸੋ ਮੂਵਿੰਗ ਆਇਰਨ ਇੰਸਟਰੂਮੈਂਟਸ ਦੇ ਵਿੱਚ ਵੀ ਨਾ ਅੱਗੇ ਦੋ ਟਾਈਪਸ ਆ ਜਾਂਦੀਆਂ। ਇਹਨਾਂ ਦੇ ਵਿੱਚ ਫਸਟ ਜਿਹੜੀ ਟਾਈਪ ਆ ਉਹ ਹੈ ਅਟਰੈਕਸ਼ਨ ਟਾਈਪ ਮੂਵਿੰਗ ਆਇਰਨ ਇੰਸਟਰੂਮੈਂਟਸ। ਸੋ ਸਭ ਤੋਂ ਪਹਿਲਾਂ ਦੇਖੋ, ਨਾਮ ਤੋਂ ਹੀ ਤੁਹਾਨੂੰ ਜਿਹੜੀ ਇਹਦੀ ਚੀਜ਼ ਕਲੀਅਰ ਹੋਣੀ ਜਾਣੀ ਚਾਹੀਦੀ ਹੈ, ਇਹਦਾ ਪ੍ਰਿੰਸੀਪਲ ਜਿਹੜਾ ਉਹ ਕਲੀਅਰ ਹੋ ਜਾਣਾ ਚਾਹੀਦਾ। ਅਟਰੈਕਸ਼ਨ ਟਾਈਪ ਮੂਵਿੰਗ ਆਇਰਨ ਇੰਸਟਰੂਮੈਂਟਸ, ਯਾਨੀ ਕਿ ਇਹਦੇ ਵਿੱਚ ਮੂਵ ਕੀ ਕਰੂਗਾ, ਆਇਰਨ ਦਾ ਪੀਸ ਮੂਵ ਕਰੂਗਾ ਅਤੇ ਉਹ ਕੇਸ ਜਿਹੜਾ ਕੰਸੈਪਟ 'ਤੇ ਕੇਸ ਬੇਸਿਸ 'ਤੇ ਮੂਵ ਕਰੂਗਾ, ਅਟਰੈਕਸ਼ਨ 'ਤੇ ਮੂਵ ਕਰੂਗਾ। ਯਾਨੀ ਕਿ ਕੋਈ ਚੀਜ਼ ਜਿਹੜੀ ਆ ਆਇਰਨ ਪੀਸ ਨੂੰ ਆਪਣੇ ਵੱਲ ਅਟਰੈਕਟ ਕਰੂਗੀ ਅਤੇ ਉਹ ਕੀ ਹੋਊਗੀ, ਮੂਵ ਕਰੂਗੀ। ਸੋ ਇਸੇ ਬੇਸਿਕ ਪ੍ਰਿੰਸੀਪਲ ਦੇ ਉੱਪਰ ਕੰਮ ਕਰਦਾ। ਇੱਥੇ ਲਿਖਿਆ ਵੀ ਆ, ਡਾਇਗਰਾਮ ਵੀ ਤੁਹਾਨੂੰ ਦਿਖਾਉਣਾ। ਦੇਖੋ ਆਹ ਡਾਇਗਰਾਮ ਆਪਣੇ ਕੋਲ ਇੱਕ, ਠੀਕ ਆ, ਇਹ ਮੂਵਿੰਗ ਆਇਰਨ ਇੰਸਟਰੂਮੈਂਟ ਦਾ ਡਾਇਗਰਾਮ ਆ, ਜਿਹਦੇ ਵਿੱਚ ਕੀ ਹੁੰਦਾ, ਇੱਕ ਮੂਵਿੰਗ ਆਇਰਨ ਦਾ ਪੀਸ ਹੁੰਦਾ ਜਿਹਨੂੰ ਕਿ ਇੱਕ ਪੁਆਇੰਟ 'ਤੇ ਪਿਵਟ ਕੀਤਾ ਹੁੰਦਾ ਆਪਾਂ। ਠੀਕ ਆ, ਪਿਵਟ ਮਤਲਬ ਕਿ ਜੋੜਿਆ ਹੁੰਦਾ ਉਸ ਪੁਆਇੰਟ 'ਤੇ, ਅਤੇ ਇਹ ਫਰੀਲੀ ਮੂਵੇਬਲ ਹੁੰਦਾ। ਯਾਨੀ ਕਿ ਇਹ ਜਿਹੜਾ ਹੈਗਾ ਆ ਐਕਲਿਪਸ ਸ਼ੇਪ ਦਾ ਜਿਹੜਾ ਇੱਕ ਪੀਸ ਆ ਆਇਰਨ ਦਾ, ਇਹ ਮੂਵੇਬਲ ਹੁੰਦਾ, ਇਹ ਫਰੀਲੀ ਜਿਹੜਾ ਆ ਮੂਵ ਕਰ ਸਕਦਾ। ਸੋ ਇਹ ਮੂਵ ਕਰੂਗਾ ਅਤੇ ਇਹਦੇ ਨਾਲ ਹੀ ਜਿਹੜਾ ਆ ਮੇਰਾ ਪੁਆਇੰਟਰ ਵੀ ਮੂਵ ਕਰੂਗਾ। ਠੀਕ ਹੈ, ਸੋ ਇਹ ਜਿਹੜਾ ਹੁੰਦਾ ਪੀਸ ਹੁੰਦਾ ਮੇਨ ਮੂਵਿੰਗ ਆਇਰਨ ਪੀਸ, ਇਸੇ ਕਰਕੇ ਇਹਦਾ ਨਾਮ ਵੀ ਮੂਵਿੰਗ ਆਇਰਨ ਇੰਸਟਰੂਮੈਂਟ ਆਪਾਂ ਰੱਖਿਆ ਹੋਇਆ। ਬਾਕੀ ਕੰਟਰੋਲ ਵੇਟਸ ਲੱਗੇ ਆ ਅਤੇ ਬੈਲੈਂਸ ਵੇਟ ਲੱਗੇ ਹੋਏ, ਕਿਸ ਕਰਕੇ ਲੱਗੇ ਹੁੰਦੇ ਆ, ਬੈਲੈਂਸ ਵੇਟ ਦਾ ਆਹ ਬੈਲੈਂਸ ਵੇਟ ਆ। ਠੀਕ ਹੈ, ਥੋੜ੍ਹਾ ਦੂਰ ਲਿਖਿਆ ਹੋਇਆ, ਇਹਨੂੰ ਮਾਈਂਡ ਨਾ ਕਰਿਓ, ਐਰੋ ਬਣਾ ਕੇ ਇੱਥੇ W2 ਜਿਹੜਾ ਨਾ ਇਹ ਬੈਲੈਂਸ ਵੇਟ ਆ ਆਪਣੇ ਕੋਲ, ਅਤੇ W1 ਜਿਹੜਾ ਇਹ ਕੰਟਰੋਲ ਵੇਟ ਆ। ਸੋ ਇਹ ਕੰਟਰੋਲਿੰਗ ਟਾਰਕ ਪ੍ਰੋਵਾਈਡ ਕਰਨ ਵਾਸਤੇ ਲੱਗਾ ਹੋਇਆ। ਦੈਨ ਆਪਣੇ ਕੋਲ ਆਹ ਏਅਰ ਫ੍ਰਿਕਸ਼ਨ ਡੈਂਪਿੰਗ ਲੱਗੀ ਹੋਈ ਹੈ, ਜਿਹਦੇ ਵਿੱਚ ਇੱਕ ਚੈਂਬਰ ਬਣਿਆ ਹੋਇਆ ਆ। ਠੀਕ ਹੈ, ਏਅਰ ਡੈਂਪਿੰਗ ਚੈਂਬਰ, ਅਤੇ ਉਹਦੇ ਵਿੱਚ ਆਪਣੇ ਕੋਲ ਪਿਸਟਨ ਆ ਜਿਹੜਾ ਫਰੀਲੀ ਏਅਰ ਦੇ ਵਿੱਚ ਜਿਹੜਾ ਆ ਮੂਵ ਕਰਦਾ। ਕੰਮ ਕੀ ਆ ਇਹਨਾਂ ਦਾ, ਜੇ ਤੁਹਾਨੂੰ ਨਹੀਂ ਪਤਾ ਤੁਸੀਂ ਪੁਰਾਣੇ ਲੈਕਚਰ ਦੇ ਵਿੱਚ ਦੇਖ ਸਕਦੇ ਆ। ਠੀਕ ਆ, ਉੱਥੇ ਤੁਹਾਨੂੰ ਦੱਸਿਆ ਵੀ ਕੰਟਰੋਲਿੰਗ ਟਾਰਕ ਕੀ ਹੁੰਦਾ, ਡੈਂਪਿੰਗ ਟਾਰਕ ਕੀ ਹੁੰਦਾ ਅਤੇ ਕਿੱਦਾਂ ਪ੍ਰੋਵਾਈਡ ਕਰਾਉਂਦੇ। ਸੋ ਉਹੀ ਇਹ ਚੀਜ਼ ਆ ਅੱਗੇ ਇੰਪਲੀਮੈਂਟ ਕੀਤੀ ਹੋਈ ਆਪਾਂ ਐਕਚੁਅਲ ਸਰਕਟ ਦੇ ਵਿੱਚ। ਸੋ ਬੇਸਿਕ ਪ੍ਰਿੰਸੀਪਲ ਕੀ ਹੁੰਦਾ, ਫਿਗਰ ਦੇ ਵਿੱਚ ਸ਼ੋ ਕੀਤਾ ਹੈ, ਵੈਨ ਅ ਸੌਫਟ ਆਇਰਨ ਪੀਸ ਇਜ਼ ਪਲੇਸਡ ਇਨ ਦ ਮੈਗਨੈਟਿਕ ਫੀਲਡ ਆਫ ਕਰੰਟ ਕੈਰਿੰਗ ਕੋਇਲ। ਯਾਨੀ ਕਿ ਜਦੋਂ ਵੀ ਆਪਾਂ ਕਿਸੇ ਸੌਫਟ ਆਇਰਨ ਪੀਸ ਨੂੰ ਪਲੇਸ ਕਰਦੇ ਹਾਂ ਮੈਗਨੈਟਿਕ ਫੀਲਡ ਆਫ ਕਰੰਟ ਕੈਰਿੰਗ ਕੋਇਲ, ਕਿਸੇ ਯਾਨੀ ਕਿ ਕਰੰਟ ਕੈਰਿੰਗ ਕੋਇਲ ਦੇ ਮੈਗਨੈਟਿਕ ਫੀਲਡ 'ਚ ਜਦੋਂ ਆਪਾਂ ਸੌਫਟ ਆਇਰਨ ਪੀਸ ਨੂੰ ਪਲੇਸ ਕਰਦੇ ਹਾਂ, ਜਿਵੇਂ ਕਿ ਆਹ ਦੇਖੋ ਕਰੰਟ ਕੈਰਿੰਗ ਕੋਇਲਸ ਆ ਆਪਣੇ ਕੋਲ ਆਹ ਦੋ। ਠੀਕ ਆ, ਆਹ C ਕੋਇਲ ਅਪਰ ਕੋਇਲ ਆ, ਆਹ ਲੋਅਰ ਕੋਇਲ ਆ। ਸੋ ਇਹ ਦੋ ਕਰੰਟ ਕੈਰਿੰਗ ਕੋਇਲਸ ਆ, ਇਹਨਾਂ ਦੇ ਵਿੱਚ ਆਪਾਂ ਕੀ ਕੀਤਾ ਆ, ਮੈਗਨੈਟ ਮੂਵਿੰਗ ਆਇਰਨ ਨੂੰ ਰੱਖਿਆ ਹੋਇਆ।
ਠੀਕ ਆ। ਮੂਵਿੰਗ ਆਇਰਨ ਨੂੰ ਆਪਾਂ ਕੀ ਕੀਤਾ, ਇਹਦੇ ਵਿੱਚ ਰੱਖਿਆ ਹੋਇਆ। ਇਟ ਇਜ਼ ਅਟਰੈਕਟਡ ਟੋਵਰਡ ਦਾ ਸੈਂਟਰ ਆਫ ਦਾ ਕੋਇਲ, ਠੀਕ ਆ। ਇਹ ਕੀ ਹੁੰਦਾ, ਸੈਂਟਰ ਵੱਲ ਨੂੰ ਅਟਰੈਕਟ ਹੁੰਦਾ, ਯਾਨੀ ਕਿ ਦੋ ਕੋਇਲਸ ਦਾ ਜਿਹੜਾ ਆ ਆਪਾਂ ਜਦੋਂ ਆਪਾਂ ਇਹਨੂੰ ਸਪਲਾਈ ਦੇਣੀ ਆ, ਇਹਦਾ ਜਿਹੜਾ ਮੈਗਨੈਟਿਕ ਫੀਲਡ ਹੋਣਾ, ਇਹਨੇ ਕੀ ਕਰਨਾ, ਜਿਹੜਾ ਮੂਵਿੰਗ ਆਇਰਨ ਪੀਸ ਆ ਇਹਨੂੰ ਅਟਰੈਕਟ ਕਰਨਾ ਆਪਣੇ ਵੱਲ ਨੂੰ, ਠੀਕ ਆ। ਆਪਣੇ ਵੱਲ ਨੂੰ ਇਹਨੇ ਕੀ ਕਰਨਾ, ਅਟਰੈਕਟ ਕਰਨਾ। this is because the piece try to occupies the position of minimum reluctance, ਯਾਨੀ ਕਿ ਜਿਹੜਾ ਪੀਸ ਆ, ਆਇਰਨ ਪੀਸ ਆ ਵਾਲਾ, ਮੂਵਿੰਗ ਆਇਰਨ ਪੀਸ ਆ, ਮਿਨੀਮਮ ਰਿਲਕਟੈਂਸ 'ਚ ਆਉਣ ਦੀ ਕੋਸ਼ਿਸ਼ ਕਰਦਾ, ਯਾਨੀ ਕਿ ਜਿੱਥੇ ਉਹਦੇ ਮੈਗਨੈਟਿਕ ਫੀਲਡ ਨੂੰ ਘੱਟ ਤੋਂ ਘੱਟ ਆਪੋਜੀਸ਼ਨ ਮਿਲਦੀ ਆ। ਉਹਦੇ ਕਰਕੇ ਕੀ ਹੁੰਦਾ, ਮੇਰੇ ਕੋਲ ਜਿਹੜਾ ਆਇਰਨ ਦਾ ਪੀਸ ਹੁੰਦਾ ਹੈ ਉਹਦੇ ਉੱਪਰ ਇੱਕ ਫੋਰਸ ਲੱਗਦੀ ਆ। ਸੋ ਫੋਰਸ ਕਰਕੇ ਕੀ ਹੁੰਦਾ ਆ, ਜਿਹੜਾ ਆਇਰਨ ਦਾ ਪੀਸ ਹੁੰਦਾ ਆ ਉੱਥੇ ਡਿਫਲੈਕਸ਼ਨ ਆ ਜਾਂਦੀ ਆ। ਡਿਫਲੈਕਟਿੰਗ ਮਤਲਬ ਕਿ ਡਿਫਲੈਕਟਿੰਗ ਟਾਰਕ ਪ੍ਰੋਡਿਊਸ ਹੋ ਜਾਂਦਾ ਉੱਥੇ। ਸੋ ਜਦੋਂ ਡਿਫਲੈਕਟਿੰਗ ਟਾਰਕ ਪ੍ਰੋਡਿਊਸ ਹੋਣਾ ਉੱਥੇ, ਤਾਂ ਜਿਹੜੀ ਨੀਡਲ ਹੁੰਦੀ ਹੈ ਇਹ ਕੀ ਹੁੰਦੀ ਹੈ, ਆਪਣੀ ਜਗ੍ਹਾ ਤੋਂ ਮੂਵ ਹੁੰਦੀ ਹੈ, ਠੀਕ ਆ। ਸੋ ਆ ਦੇਖੋ, ਦੁਬਾਰਾ ਇੱਕ ਵਾਰ ਦੱਸ ਦੇਣਾ ਤੁਹਾਨੂੰ ਹੁੰਦਾ ਕੀ ਆ, ਆਪਾਂ ਇਹਨੂੰ ਸਪਲਾਈ ਦਿੱਤੀ, ਠੀਕ ਆ, ਇਹਦਾ ਮੈਗਨੈਟਿਕ ਫੀਲਡ ਬਣ ਗਿਆ। ਇਹਦਾ ਜਿਹੜਾ ਮੈਗਨੈਟਿਕ ਫੀਲਡ ਬਣਿਆ ਆ, ਉਹਨੇ ਕੀ ਕਰਨਾ, ਜਿਹੜਾ ਮੂਵਿੰਗ ਆਇਰਨ ਪੀਸ ਹੈ ਨਾ, ਇਹਨੂੰ ਆਪਣੇ ਵੱਲ ਅਟਰੈਕਟ ਕਰਨਾ। ਆਪਾਂ ਕਹਿ ਸਕਦੇ ਹਾਂ ਵੀ ਇੱਥੇ ਇਲੈਕਟ੍ਰੋਮੈਗਨੈਟ ਬਣਾ ਦਿੱਤਾ ਆਪਾਂ, ਠੀਕ ਆ। ਇਲੈਕਟ੍ਰੋਮੈਗਨੈਟ ਦੀ ਇੱਕ ਹੋਰ ਐਗਜ਼ਾਮਪਲ ਹੁੰਦੀ, ਜਿਹੜੀ ਆਪਣੇ ਬੈਲ ਲੱਗੀ ਹੁੰਦੀ ਘਰਾਂ ਦੇ ਵਿੱਚ, ਠੀਕ ਆ। ਬੈਲ ਦੇ ਵਿੱਚ ਕੀ ਹੁੰਦਾ, ਜਦੋਂ ਤੱਕ ਤਾਂ ਆਪਾਂ ਬਟਨ ਪ੍ਰੈਸ ਕਰਕੇ ਰੱਖਦੇ ਹਾਂ, ਜਦੋਂ ਆਪਾਂ ਬਟਨ ਨੂੰ ਪ੍ਰੈਸ ਕੀਤਾ, ਠੀਕ ਆ, ਵਿੱਚ ਇੱਕ ਜਿਹੜੀ ਕੋਇਲ ਹੋ ਗਈ ਉਹ ਐਨਰਜਾਈਜ਼ ਹੋ ਗਈ, ਅਤੇ ਜਿਹੜਾ ਇੱਕ ਹੈਮਰ ਹੁੰਦਾ, ਉਹ ਹੈਮਰ ਜਾ ਕੇ ਫਿਰ ਬੈਲ 'ਤੇ ਟੱਚ ਕਰਦਾ, ਤਾਂ ਬੈਲ ਜਿਹੜੀ ਹੁੰਦੀ ਆ ਉਹ ਰਿੰਗ ਕਰਦੀ ਆ ਆਪਣੇ ਕੋਲ, ਠੀਕ ਹੈ। ਇਹ ਆਪਣੇ ਕਾਲਜ ਦੇ ਵਿੱਚ ਵੀ ਇੱਦਾਂ ਦੀਆਂ ਬੈਲ ਲੱਗੀਆਂ ਹੁੰਦੀਆਂ, ਤੁਸੀਂ ਦੇਖਿਆ ਹੋਣਾ, ਇੱਕ ਸੈੱਲ ਵਾਲੀ ਬੈਲ ਵੀ ਆਉਂਦੀ ਆ, ਉਹਦੇ ਵਿੱਚ ਵੀ ਇਹੀ ਜਿਹੜਾ ਹੁੰਦਾ ਨਾ ਕੰਸੈਪਟ ਯੂਜ਼ ਹੁੰਦਾ, ਕਿ ਜਦੋਂ ਆਪਾਂ ਬਟਨ ਨੂੰ ਪ੍ਰੈਸ ਕੀਤਾ, ਉਸ ਟਾਈਮ 'ਤੇ ਕੋਇਲ ਜਿਹੜੀ ਹੁੰਦੀ ਆ ਉਹਦੇ ਵਿੱਚ ਉਹ ਐਨਰਜਾਈਜ਼ ਹੋ ਜਾਂਦੀ ਆ, ਅਤੇ ਜਿਹੜਾ ਹੈਮਰ ਹੁੰਦਾ ਨਾ, ਹੈਮਰ ਜਾ ਕੇ ਜਿਹੜਾ ਆ ਉਹ ਫਿਰ ਬੈਲ ਦੇ ਉੱਪਰ ਵੱਜਦਾ, ਠੀਕ ਆ। ਬੈਲ ਦੇ ਅੰਦਰ ਜਿਹੜੀ ਬੈਲ ਹੁੰਦੀ ਉਹਦੇ ਅੰਦਰ ਹੀ ਸਾਈਡ 'ਤੇ ਕੋਇਲ ਹੁੰਦੀ ਆ, ਉਹ ਐਨਰਜਾਈਜ਼ ਹੁੰਦੀ ਹੈ, ਠੀਕ ਆ। ਅਤੇ ਜਿਹੜਾ ਆਇਰਨ ਦਾ ਪੀਸ ਹੁੰਦਾ, ਜਿਹਨੂੰ ਆਪਾਂ ਹੈਮਰ ਕਹਿੰਦੇ ਹਾਂ, ਹੈਮਰ ਬੈਲ 'ਤੇ ਜਾ ਕੇ ਵੱਜਦਾ, ਅਤੇ ਆਪਣੇ ਕੋਲ ਜਿਹੜੀ ਆ ਬੈਲ ਦੀ ਸਾਊਂਡ ਆ ਜਾਂਦੀ ਉੱਥੇ। ਸੇਮ ਹੀ ਆਪਾਂ ਇੱਥੇ ਵੀ ਉਹੀ ਪ੍ਰਿੰਸੀਪਲ ਯੂਜ਼ ਕਰਦੇ ਹਾਂ, ਵੀ ਦੋ ਮੇਰੇ ਕੋਲ ਕੋਇਲਾਂ, ਕੋਇਲਾਂ ਨੂੰ ਜਦੋਂ ਆਪਾਂ ਸਪਲਾਈ ਦਿੱਤੀ, ਇੱਥੇ ਕੀ ਬਣ ਗਿਆ, ਇਲੈਕਟ੍ਰੋਮੈਗਨੈਟ ਬਣ ਗਿਆ। ਹੁਣ ਤੁਹਾਨੂੰ ਪਤਾ ਵੀ ਜਿਹੜਾ ਆਇਰਨ ਦਾ ਪੀਸ ਆ, ਇਹ ਮੈਗਨੈਟਿਕ ਮਟੀਰੀਅਲ ਹੁੰਦਾ, ਆਇਰਨ ਜਿਹੜਾ ਮੈਗਨੈਟਿਕ ਮਟੀਰੀਅਲ ਹੁੰਦਾ। ਸੋ ਜਦੋਂ ਵੀ ਆਪਾਂ ਇੱਥੇ ਮੈਗਨੈਟ ਬਣ ਗਿਆ, ਤਾਂ ਇਹ ਜਿਹੜਾ ਆਇਰਨ ਦਾ ਪੀਸ ਆ, ਮੈਗਨੈਟ ਵੱਲ ਨੂੰ ਅਟਰੈਕਟ ਹੋਣਾ, ਠੀਕ ਆ। ਸੋ ਉਹ ਜਿਹੜੀ ਅਟਰੈਕਸ਼ਨ ਆ ਨਾ, ਉਹਦੇ ਕਰਕੇ ਹੀ ਕੀ ਹੋਣਾ, ਜਿਹੜਾ ਮੂਵਿੰਗ ਆਇਰਨ ਪੀਸ ਆ, ਇਹਨੇ ਆਪਣੀ ਪਲੇਸ ਤੋਂ ਜਦੋਂ ਮੂਵ ਕਰਨਾ, ਠੀਕ ਆ, ਅੰਦਰਲੀ ਸਾਈਡ ਤੋਂ ਮੂਵ ਕਰਨਾ। ਤੁਹਾਨੂੰ ਮੈਂ ਦੂਸਰਾ ਡਾਇਗਰਾਮ ਦਿਖਾਉਣਾ, ਆਹ ਦੇਖੋ, ਆਹ ਦੇਖੋ, ਜਦੋਂ ਆ ਆਇਰਨ ਪੀਸ ਨੇ ਕੀ ਕਰਨਾ, ਐਕਲਿਪਸ ਸ਼ੇਪ ਦਾ ਹੁੰਦਾ, ਇਹ ਅੰਡਾਕਾਰ ਸ਼ੇਪ ਦਾ ਆਪਾਂ ਕਹਿ ਲਈਏ। ਜਦੋਂ ਇਹਨੇ ਅੰਦਰ ਨੂੰ ਮੂਵ ਕਰਨਾ, ਤਾਂ ਅੰਦਰ ਨੂੰ ਮੂਵ ਕਰਨ ਕਰਕੇ ਕੀ ਹੋਣਾ, ਇੱਕ ਪੁਆਇੰਟ 'ਤੇ ਪਿਵਟਡ ਆ ਇਹ, ਜਿਹਦੇ ਕਰਕੇ ਕੀ ਹੋਣਾ, ਜਦੋਂ ਇਹਨੇ ਮੂਵ ਕਰਨਾ, ਨਾਲ ਹੀ ਜਿਹੜੀ ਇਹਦੀ ਨੀਡਲ ਹੋਣੀ ਆ, ਇਹਨੇ ਵੀ ਕੀ ਹੋਣਾ, ਨਾਲ ਹੀ ਮੂਵ ਕਰ ਜਾਣਾ। ਸੋ ਇਹ ਹੁੰਦਾ ਇਹਦਾ ਪ੍ਰਿੰਸੀਪਲ। ਸੋ ਇਹਦੇ ਪ੍ਰਿੰਸੀਪਲ ਦੇ ਬੇਸਿਸ 'ਤੇ ਆਪਾਂ ਇਹਦਾ ਨਾਮ ਵੀ ਰੱਖਿਆ, ਕੀ ਰੱਖਿਆ, ਅਟਰੈਕਸ਼ਨ ਟਾਈਪ, ਠੀਕ ਹੈ। ਅਟਰੈਕਸ਼ਨ ਟਾਈਪ ਯਾਨੀ ਕਿ ਇਹਦੇ ਵਿੱਚ ਅਟਰੈਕਸ਼ਨ ਹੋ ਰਹੀ ਆ, ਅਟਰੈਕਸ਼ਨ ਟਾਈਪ ਮੂਵਿੰਗ ਆਇਰਨ ਇੰਸਟਰੂਮੈਂਟ। ਸੋ ਕੰਸਟਰਕਸ਼ਨ ਤੁਹਾਨੂੰ ਮੈਂ ਦੱਸ ਦਿੱਤੀ ਹੈ ਕੀ ਹੈ, ਇਹਦੀ ਦੋ ਕੋਇਲਸ ਲੱਗੀਆਂ ਹੋਈਆਂ, ਠੀਕ ਆ। ਦੈਨ ਆਪਣੇ ਕੋਲ ਮੂਵਿੰਗ ਆਇਰਨ ਦਾ ਪੀਸ ਆ, ਉਸ ਤੋਂ ਬਾਅਦ 'ਚ ਆਪਾਂ ਕੰਟਰੋਲ ਤੇ ਬੈਲੈਂਸ ਵੇਟ ਲਗਾਏ ਹੋਏ ਆ ਕੰਟਰੋਲਿੰਗ ਟਾਰਕ ਪ੍ਰੋਵਾਈਡ ਕਰਨ ਵਾਸਤੇ। ਦੈਨ ਜਿਹੜਾ ਮੇਰਾ ਮੂਵਿੰਗ ਆਇਰਨ ਆ, ਇਹ ਜਿਸ ਪੁਆਇੰਟ 'ਤੇ ਪਿਵਟਡ ਆ, ਜਿਸ ਪੁਆਇੰਟ 'ਤੇ ਇਹ ਲੱਗਾ ਆ, ਉਸੇ ਪੁਆਇੰਟ ਦੇ ਨਾਲ ਆਪਾਂ ਮੂਵੇਬਲ ਪੁਆਇੰਟਰ ਲਗਾਇਆ ਹੋਇਆ, ਠੀਕ ਆ। ਆ ਇਹਦਾ ਸਕੇਲ ਆ। ਦੈਨ ਆਪਣੇ ਕੋਲ ਜਿਹੜੀ ਆ, ਆਪਾਂ ਡੈਂਪਿੰਗ ਟਾਰਕ ਵੀ ਪ੍ਰੋਵਾਈਡ ਕਰਨਾ ਹੁੰਦਾ। ਡੈਂਪਿੰਗ ਟਾਰਕ ਦਾ ਮਤਲਬ ਤੁਹਾਨੂੰ ਪਤਾ ਵੀ ਕਿ ਜਦੋਂ ਸੂਈ ਇੱਕ ਜਗ੍ਹਾ ਦੇ ਉੱਪਰ ਕੀ ਕਰਦੀ ਆ, ਆਸੀਲੇਟ ਕਰਦੀ ਜਾਂਦੀ, ਉਹਨੂੰ ਇੱਕ ਜਗ੍ਹਾ 'ਤੇ ਰੋਕਣ ਵਾਸਤੇ ਆਪਾਂ ਜਿਹੜਾ ਆ ਡੈਂਪਿੰਗ ਟਾਰਕ ਪ੍ਰੋਵਾਈਡ ਕਰਾਉਂਦੇ ਆ। ਸੋ ਡੈਂਪਿੰਗ ਟਾਰਕ ਦੇ ਵਾਸਤੇ ਆਪਾਂ ਕੀਤਾ ਏਅਰ ਫ੍ਰਿਕਸ਼ਨ ਡੈਂਪਿੰਗ ਪ੍ਰੋਵਾਈਡ ਕੀਤੀ ਹੈ, ਜਿਹਦੇ ਵਿੱਚ ਆ ਉਹਦਾ ਚੈਂਬਰ ਆ, ਅਤੇ ਆ ਸੈਂਟਰ ਦੇ ਵਿੱਚ ਕੀ ਆ, ਉਹਦਾ ਪਿਸਟਨ ਆ। ਜਦੋਂ ਵੀ ਇਹਨੇ ਮੂਵ ਕਰਨਾ, ਇਹਦੇ ਨਾਲ ਹੀ ਪਿਸਟਨ ਨੇ ਵੀ ਮੂਵ ਕਰਨਾ, ਅਤੇ ਏਅਰ ਨੇ ਜਿਹੜਾ ਆ ਉਹਨੂੰ ਫੋਰਸ ਜਿਹੜੀ ਲੱਗਣੀ ਆ ਏਅਰ ਦੀ, ਉਹਨੇ ਕੀ ਕਰਨਾ, ਰੋਕ ਲੈਣਾ ਪੁਆਇੰਟਰ ਨੂੰ ਇੱਕ ਪਰਟੀਕੂਲਰ ਜਗ੍ਹਾ ਦੇ ਉੱਤੇ। ਸੋ ਵਰਕਿੰਗ ਤੁਹਾਨੂੰ ਮੈਂ ਦੱਸੀ ਸੀ ਕਿੱਦਾਂ 'ਚ ਕੰਮ ਕਰਦੀ ਹੈ। ਵੈਨ ਦਾ ਇੰਸਟਰੂਮੈਂਟ ਇਜ਼ ਕਨੈਕਟਡ ਇਨ ਅ ਸਰਕਿਟ ਐਂਡ ਆਪਰੇਟਿੰਗ ਕਰੰਟ ਫਲੋਸ ਥਰੂ ਦਾ ਸਟੇਸ਼ਨਰੀ ਕੋਇਲ। ਜਦੋਂ ਵੀ ਆਪਾਂ ਇੰਸਟਰੂਮੈਂਟ ਜਿਹੜਾ ਉਹਨੂੰ ਸਰਕਿਟ ਦੇ ਵਿੱਚ ਕਨੈਕਟ ਕੀਤਾ, ਜਿਹੜੀਆਂ ਆਪਰੇਟਿੰਗ ਕੋਇਲਸ ਆ, ਉੱਪਰ ਵਾਲੀ ਅਤੇ ਥੱਲੇ ਵਾਲੀ, ਜਾਂ ਫੀਲਡ ਕੋਇਲ ਕਹਿ ਲਓ ਇਹਨਾਂ ਨੂੰ, ਇਹਨਾਂ ਦੇ ਵਿੱਚ ਕੀ ਹੁੰਦਾ, ਕਰੰਟ ਫਲੋ ਕਰਨਾ ਸਟਾਰਟ ਹੁੰਦਾ। ਹੁਣ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਲਾਅ ਦੇ ਅਕੋਰਡਿੰਗ ਕੀ ਹੈ ਕਿ ਜਦੋਂ ਵੀ ਅਲਟਰਨੇਟਿੰਗ ਕਰੰਟ ਕਿਸੇ ਚੀਜ਼ 'ਚ ਫਲੋ ਕਰਦਾ, ਤਾਂ ਉਹਦੇ ਵਿੱਚ ਕੀ ਹੈ, ਜਿਹੜੀ ਆ ਉਹਦਾ ਮੈਗਨੈਟਿਕ ਫੀਲਡ ਆਪਣਾ ਬਣ ਜਾਂਦਾ। ਜਦੋਂ ਵੀ ਆਪਾਂ ਕਿਸੇ, ਜਿੱਦਾਂ ਹੁਣ ਆਪਣਾ ਤੁਹਾਨੂੰ ਮੈਂ ਕਲੈਂਪਨ ਮੀਟਰ ਵੀ, ਜਦੋਂ ਕਾਲਜ ਸੀ ਆਪਾਂ ਕਲੈਂਪਨ ਮੀਟਰ ਯੂਜ਼ ਕਰਦੇ ਨਾ, ਕਲੈਂਪਨ ਮੀਟਰ 'ਚ ਕੀ ਹੁੰਦਾ, ਆਪਾਂ ਵਾਇਰ ਨੂੰ ਬਿਨਾਂ ਟੱਚ ਕੀਤੇ ਕੀ ਕਰਦੇ ਹਾਂ, ਉਹਦੇ ਵਿੱਚ ਕਰੰਟ ਦੇਖ ਲੈਂਦੇ ਹਾਂ ਕਿੰਨਾ, ਠੀਕ ਆ। ਸੋ ਉਹ ਵੀ ਜਿਹੜਾ ਇਲੈਕਟ੍ਰੋਮੈਗਨੈਟ ਦੇ ਬੇਸਿਸ 'ਤੇ ਕੰਮ ਕਰਦਾ, ਜਿਹੜਾ ਵਾਇਰ ਦਾ ਮੈਗਨੈਟਿਕ ਫੀਲਡ ਹੁੰਦਾ, ਉਹ ਤੋਂ ਆਈਡੀਆ ਲਾਉਂਦਾ ਵੀ ਕਿੰਨਾ ਕਰੰਟ ਹੋਊਗਾ। ਸੋ ਜਦੋਂ ਵੀ ਕਿਸੇ ਵਾਇਰ ਦੇ ਵਿੱਚੋਂ ਕਰੰਟ ਫਲੋ ਕਰਦਾ, ਉਹਦਾ ਮੈਗਨੈਟ ਬਣਦਾ ਹੀ ਬਣਦਾ। ਸੋ ਉਹੀ ਆਪਾਂ ਇੱਥੇ ਯੂਜ਼ ਕੀਤਾ ਪ੍ਰਿੰਸੀਪਲ, ਕਿ ਜਦੋਂ ਵੀ ਆਪਣਾ ਕੀ ਆ, ਇੰਸਟਰੂਮੈਂਟ ਨੂੰ ਸਰਕਿਟ ਦੇ ਵਿੱਚ ਕਨੈਕਟ ਕੀਤਾ ਆਪਾਂ, ਤਾਂ ਕਰੰਟ ਫਲੋ ਹੋਣ ਲੱਗ ਪਿਆ ਸਟੇਸ਼ਨਰੀ ਕੋਇਲਸ 'ਚੋਂ। ਜਦੋਂ ਕਰੰਟ ਫਲੋ ਕੀਤਾ, ਕਰੰਟ ਫਲੋ ਹੋਣ ਕਰਕੇ ਕੀ ਹੋਇਆ, ਮੈਗਨੈਟਿਕ ਫੀਲਡ ਸੈਟਅਪ ਹੋ ਗਿਆ,
ਤੇ ਮੈਗਨੈਟਿਕ ਫੀਲਡ ਸੈਟਅਪ ਹੋਣ ਦੇ ਕਰਕੇ ਕੀ ਹੋਇਆ, ਜਿਹੜਾ ਸੌਫਟ ਆਇਰਨ ਦਾ ਪੀਸ ਸੀ ਉਹ ਵੀ ਮੈਗਨੇਟਾਈਜ਼ ਹੋ ਗਿਆ ਤੇ ਅਟਰੈਕਟ ਹੋ ਗਿਆ ਟੋਵਰਡ ਸੈਂਟਰ ਆਫ ਦਾ ਕੋਇਲ, ਯਾਨੀ ਕਿ ਸੈਂਟਰ ਕੋਇਲ ਦੇ ਸੈਂਟਰ ਦੇ ਵਿੱਚ ਮੂਵ ਕਰਨ ਦੀ ਕੋਸ਼ਿਸ਼ ਕੀਤੀਆਂ ਨੇ। ਜਦੋਂ ਹੁਣ ਇਹ ਵਾਲੇ ਪੀਸ ਨੇ ਇੱਧਰ ਨੂੰ ਮੂਵ ਕਰਨਾ ਤਾਂ ਓਬਵੀਅਸਲੀ ਗੱਲ ਆ, ਜਿਹੜਾ ਪੁਆਇੰਟਰ ਆਏ ਨੇ ਅੱਗੇ ਨੂੰ ਜਾਣਾ, ਕਿਉਂਕਿ ਸੇਮ ਹੀ ਪੁਆਇੰਟ ਤੇ ਪਿਵਟਡ ਆ, ਠੀਕ ਆ। ਸੋ ਦਸ ਦਾ ਪੁਆਇੰਟਰ ਅਟੈਚ ਟੂ ਦਾ ਸਪਿੰਡਲ ਇਜ਼ ਡਿਫਲੈਕਟਡ ਓਵਰ ਦਾ ਕੈਲੀਬ੍ਰੇਟਡ ਸਕੇਲ। ਇਫ ਦਾ ਕਰੰਟ ਇਨ ਦਾ ਕੋਇਲ ਰਿਵਰਸ, ਯਾਨੀ ਕਿ ਜੇ ਮੈਂ ਕੋਇਲ ਦੇ ਵਿੱਚ ਕਰੰਟ ਦੀ ਡਾਇਰੈਕਸ਼ਨ ਨੂੰ ਰਿਵਰਸ ਵੀ ਕਰ ਦੇਵਾਂ, ਆ ਜਿਹੜੀ ਫੀਲਡ ਕੋਇਲ ਆ, ਜਿੱਦਾਂ ਮੰਨ ਲਓ ਇੱਥੇ ਮੈਂ ਪੋਜ਼ਿਟਿਵ ਲਾਇਆ, ਇੱਥੇ ਨੈਗੇਟਿਵ ਲਾਇਆ, ਜਾਂ ਇੱਥੇ ਫੇਸ ਲਾਇਆ ਜਾਂ ਨਿਊਟਰਲ ਲਾਇਆ, ਇੱਥੇ ਨਿਊਟਰਲ ਲਾ ਕੇ ਇੱਥੇ ਫੇਸ ਲਾ ਦੇਵਾਂ, ਡਾਇਰੈਕਸ਼ਨ ਤਾਂ ਹੁਣ ਰਿਵਰਸ ਹੋ ਗਈ ਆ, ਠੀਕ ਆ। ਬਟ ਉਹਦਾ ਕੀ ਹੋਣਾ ਆ, ਜਿਹੜਾ ਮੇਰੀ ਵਰਕਿੰਗ ਆ ਨਾ ਉੱਤੇ ਕੋਈ ਫਰਕ ਨਹੀਂ ਪੈਣਾ, ਕਿਉਂਕਿ ਜਿਹੜਾ ਮੈਗਨੇਟਿਜ਼ਮ ਜਾਂ ਮੈਗਨੈਟਿਕ ਫੀਲਡ ਪ੍ਰੋਡਿਊਸ ਹੋਇਆ ਉਹਦੀ ਡਾਇਰੈਕਸ਼ਨ ਚੇਂਜ ਹੋ ਜਾਣੀ ਆ, ਉਹਦੇ ਨਾਲ ਮੈਗਨੇਟਿਜ਼ਮ ਦੀ ਡਾਇਰੈਕਸ਼ਨ ਚੇਂਜ ਹੋਣੀ ਆ, ਪਰ ਸੌਫਟ ਆਇਰਨ ਪੀਸ ਨੇ ਜਿਹੜਾ ਉਧਰ ਨੂੰ ਹੀ ਅਟਰੈਕਟ ਹੋਣਾ, ਠੀਕ ਆ। ਹੈਂਸ ਦਾ ਡਾਇਰੈਕਸ਼ਨ ਆਫ ਡਿਫਲੈਕਟਿੰਗ ਟਾਰਕ ਮੇਨ ਅਨਚੇਂਜ, ਸੋ ਇਹਦੀ ਜਿਹੜੀ ਡਾਇਰੈਕਸ਼ਨ ਆ ਉਹ ਚੇਂਜ ਨਹੀਂ ਹੋਣੀ। ਸੋ ਇਸ ਕਰਕੇ ਇਹਨੂੰ ਆਪਾਂ DC ਤੇ ਵੀ ਯੂਜ਼ ਕਰ ਸਕਦੇ ਹਾਂ ਤੇ DC ਸਪਲਾਈ ਤੇ ਵੀ ਯੂਜ਼ ਕਰ ਸਕਦੇ ਹਾਂ। ਬਟ ਇਹ ਜਿਹੜੇ ਸਕੇਲ ਹੁੰਦੇ ਨੇ, ਇਹਨਾਂ ਦਾ ਜਿਹੜਾ ਇੰਸਟਰੂਮੈਂਟ ਹੁੰਦਾ, ਇਹ ਜਿਹੜੇ ਇੰਸਟਰੂਮੈਂਟ ਹੁੰਦੇ ਜਿਹੜਾ ਇਹਨਾਂ ਦਾ ਸਕੇਲ ਹੁੰਦਾ ਹੈ, ਸਕੇਲ ਯਾਨੀ ਕਿ ਜਿੱਥੋਂ ਆਪਾਂ ਰੀਡਿੰਗ ਲੈਂਦੇ ਹਾਂ, ਆਹ ਜਿਹੜਾ ਸਕੇਲ ਹੁੰਦਾ ਇਹ ਨੋਨ ਯੂਨੀਫਾਰਮ ਹੁੰਦਾ। ਨੋਨ ਯੂਨੀਫਾਰਮ ਦਾ ਮੈਂ ਤੁਹਾਨੂੰ ਲਾਸਟ ਟਾਈਮ ਵੀ ਦੱਸਿਆ ਸੀ ਵੀ ਕੀ ਫੰਡਾ ਹੁੰਦਾ। ਨੋਨ ਯੂਨੀਫਾਰਮ ਸਕੇਲ ਦਾ ਮਤਲਬ ਆ ਕਿ ਜਿਹੜੀ ਇਹਦੀ ਡਿਫਲੈਕਸ਼ਨ ਹੁੰਦੀ ਆ ਨਾ, ਉਹ I ਸਕੁਅਰ ਦੇ ਪ੍ਰਪੋਰਸ਼ਨਲ ਹੋਊਗੀ ਜਾਂ I ਕਿਊਬ ਦੇ ਪ੍ਰਪੋਰਸ਼ਨਲ ਹੋਊਗੀ, ਉਹ ਕਦੀ ਵੀ I ਦੇ ਡਾਇਰੈਕਟਲੀ ਪ੍ਰਪੋਰਸ਼ਨਲ ਨਹੀਂ ਹੁੰਦੀ, ਠੀਕ ਆ। ਯਾਨੀ ਕਿ ਕਰੰਟ ਜਿਹੜਾ ਆ ਉਹ ਸਕੁਅਰ ਹੋਊਗਾ ਤਾਂ ਇਹਨੇ ਇੱਕ ਪੁਆਇੰਟ ਮੂਵ ਕਰਨਾ, ਠੀਕ ਆ। ਇਹ ਨਹੀਂ ਕਿ ਜੇ ਮੇਰਾ ਕਰੰਟ ਇੱਕ ਪੁਆਇੰਟ ਵਧਿਆ ਤਾਂ ਉਹਦੇ ਸਕੇਲ ਤੇ ਵੀ ਇੱਕ ਪੁਆਇੰਟ ਵਧੇ ਨਾ, ਸਕੇਲ ਮੈਨੂੰ ਕੈਲੀਬ੍ਰੇਟ ਕਰਨਾ ਪੈਣਾ ਉਸ ਹਿਸਾਬ ਨਾਲ ਕਿ ਕਰੰਟ ਜੇ 2 ਟਾਈਮਸ ਆ ਤਾਂ ਸਕੇਲ ਜਿਹੜਾ ਉਹ ਇੱਕ ਟਾਈਮ ਮੂਵ ਕਰਨਾ। ਸੋ ਸਕੇਲ ਨੂੰ ਮੈਂ 2 ਟਾਈਮ ਮੂਵ ਕਰਾਉਣ ਵਾਸਤੇ ਮੈਨੂੰ ਸਕੇਲ ਨੂੰ ਕੈਲੀਬ੍ਰੇਟ ਕਰਨਾ ਪੈਣਾ ਉਸ ਹਿਸਾਬ ਨਾਲ, ਠੀਕ ਆ। ਸੋ ਇਸ ਦਾ ਜਿਹੜਾ ਸਕੇਲ ਹੁੰਦਾ ਨਾ, ਇਹ ਕੀ ਹੁੰਦਾ, ਹਮੇਸ਼ਾ ਨੋਨ ਯੂਨੀਫਾਰਮ ਹੀ ਹੁੰਦਾ। ਇਹ ਚੀਜ਼ ਯਾਦ ਰੱਖਿਓ, ਇਹ ਡਿਸਐਡਵਾਂਟੇਜ ਵੀ ਹੈ ਇੱਕ ਇਹਦਾ, ਕਿਉਂਕਿ ਇਹ ਨੋਨ ਯੂਨੀਫਾਰਮ ਸਕੇਲ ਦੇ ਕਰਕੇ ਨਾ ਥੋੜ੍ਹੀ ਜਿਹੀ ਸਰਕਟ 'ਚ ਕੰਪਲੀਕੇਸ਼ਨਸ ਆ ਜਾਂਦੀਆਂ ਉਹਨੂੰ ਇਹ ਕੰਸਟਰਕਟ ਕਰਨ ਦੇ ਟਾਈਮ 'ਤੇ। ਇਹ ਮੇਰੇ ਕੋਲ ਰਿਪਲਸ਼ਨ ਟਾਈਪ ਇੰਸਟਰੂਮੈਂਟ ਸੀਗਾ, ਮੂਵਿੰਗ ਆਇਰਨ ਦੇ ਟਾਈਪ ਸੀਗੀ। ਸੋ ਤੁਹਾਨੂੰ ਦੱਸਿਆ ਸੀ ਵੀ ਇਹਦੀਆਂ 2 ਟਾਈਪਸ ਹੁੰਦੀਆਂ, ਇੱਕ ਅਟਰੈਕਸ਼ਨ ਟਾਈਪ ਤਾਂ ਆਪਾਂ ਪੜ੍ਹ ਲਈ ਆ। ਹੁਣ ਸੈਕੰਡ ਮੇਰੇ ਕੋਲ ਜਿਹੜੀ ਟਾਈਪ ਆ ਗਈ ਆ ਉਹ ਹੈਗੀ ਆ ਰਿਪਲਸ਼ਨ ਟਾਈਪ ਮੂਵਿੰਗ ਆਇਰਨ ਇੰਸਟਰੂਮੈਂਟ। ਫਸਟ ਆਪਾਂ ਕਿਹੜੀ ਪੜ੍ਹੀ ਸੀ, ਅਟਰੈਕਸ਼ਨ ਟਾਈਪ ਮੂਵਿੰਗ ਆਇਰਨ ਇੰਸਟਰੂਮੈਂਟ। ਜਿਹੜੀ ਆਪਾਂ ਹੁਣ ਸਟੱਡੀ ਕਰਨੀ ਆ ਉਹ ਕਿਹੜੀ ਆ, ਰਿਪਲਸ਼ਨ ਟਾਈਪ ਮੂਵਿੰਗ ਆਇਰਨ ਇੰਸਟਰੂਮੈਂਟ, ਠੀਕ ਆ। ਰਿਪਲਸ਼ਨ ਟਾਈਪ, ਸੋ ਅਟਰੈਕਸ਼ਨ ਦੇ ਵਿੱਚ ਕੀ ਸੀਗਾ ਕਿ ਅਟਰੈਕਟ ਹੋਇਆ ਸੀ, ਮੂਵਿੰਗ ਆਇਰਨ ਦਾ ਪੀਸ ਕੀ ਹੋਇਆ ਸੀ, ਅਟਰੈਕਟ ਹੋਇਆ ਸੀ। ਸੋ ਰਿਪਲਸ਼ਨ ਦੇ ਵਿੱਚ ਕੀ ਹੋਊਗਾ, ਰਿਪਲਸਿਵ ਫੋਰਸ ਲੱਗੂਗੀ ਮੇਰੀ, ਠੀਕ ਹੈ। ਜਿੱਦਾਂ ਦਾ ਨਾਮ ਆ ਉੱਦਾਂ ਦਾ ਇਹਦਾ ਕੰਮ ਆ। ਸੋ ਰਿਪਲਸ਼ਨ ਦੇ ਵਿੱਚ ਕੀ ਹੋਣਾ, ਰਿਪੈਲ ਕਰਨਾ ਹੈ ਆਪਾਂ। ਰਿਪੈਲ ਜਿਹੜੀ ਫੋਰਸ ਆ ਜਾਂ ਰਿਪਲਸਿਵ ਫੋਰਸ ਆ, ਰਿਪੈਲ ਕਰਨ ਵਾਲੀ ਫੋਰਸ ਆ, ਉਹਨੂੰ ਯੂਜ਼ ਕਰਕੇ ਜਿਹੜੀ ਆ ਆਪਾਂ ਇੰਸਟਰੂਮੈਂਟ ਨੂੰ ਆਪਾਂ ਕੰਸਟਰਕਟ ਕੀਤਾ ਹੈ, ਕੰਸਟਰਕਸ਼ਨ ਕੀਤੀ ਹੈ ਉਹਦੀ। ਸੋ ਬੇਸਿਕ ਪ੍ਰਿੰਸੀਪਲ ਕੀ ਹੈ ਇਸ ਇੰਸਟਰੂਮੈਂਟ ਦਾ, ਦਾ ਬੇਸਿਕ ਪ੍ਰਿੰਸੀਪਲ ਆਫ ਰਿਪਲਸਿਵ ਟਾਈਪ ਮੂਵਿੰਗ ਆਇਰਨ ਇੰਸਟਰੂਮੈਂਟ ਇਜ਼ ਦੈਟ ਦਾ ਰਿਪਲਸਿਵ ਫੋਰਸ ਵਿਲ ਐਕਟ ਬਿਟਵੀਨ 2 ਸਿਮਿਲਰਲੀ ਮੈਗਨੇਟਾਈਜ਼ਡ ਆਇਰਨ ਪੀਸ ਵੈਨ ਨੀਅਰ ਟੂ ਈਚ ਅਦਰ। ਯਾਨੀ ਕਿ ਆਪਾਂ ਕੀ ਕਰਦੇ ਆ, ਰਿਪਲਸ਼ਨ ਟਾਈਪ ਮੂਵਿੰਗ ਆਇਰਨ ਇੰਸਟਰੂਮੈਂਟ ਦੇ ਵਿੱਚ ਰਿਪਲਸਿਵ ਫੋਰਸ ਨੂੰ ਐਕਟ ਕਰਵਾਉਂਦੇ ਆ 2 ਸਿਮਿਲਰਲੀ ਮੈਗਨੇਟਾਈਜ਼ਡ ਪੀਸਿਸ ਦੇ ਵਿੱਚ। ਯਾਨੀ ਕਿ ਇਹਦੇ ਵਿੱਚ ਇੱਕ ਚੀਜ਼ ਆਪਾਂ ਨੂੰ ਹੋਰ ਕਲੀਅਰ ਹੋਈ ਆ ਕਿ ਇਹਦੇ ਵਿੱਚ ਆਪਾਂ 2 ਆਇਰਨ ਦੇ ਪੀਸ ਯੂਜ਼ ਕਰਾਂਗੇ, ਠੀਕ ਆ। 2 ਆਇਰਨ ਦੇ ਪੀਸ ਜਿਹੜੇ ਹੋਣਗੇ ਉਹਨਾਂ ਨੂੰ ਆਪਾਂ ਸਿਮਿਲਰਲੀ ਮੈਗਨੇਟਾਈਜ਼ ਕਰਾਂਗੇ, ਠੀਕ ਆ। 2 ਆਇਰਨ ਦੇ ਪੀਸ ਉਹਨਾਂ ਨੂੰ ਸਿਮਿਲਰਲੀ ਮੈਗਨੇਟਾਈਜ਼ ਕਰਾਂਗੇ ਤੇ ਦੋਨੋਂ ਇੱਕ ਦੂਜੇ ਦੇ ਕੀ ਹੋਣਗੇ, ਨੇੜੇ ਹੋਣਗੇ। ਸੋ ਸਿਮਿਲਰਲੀ ਮੈਗਨੇਟਾਈਜ਼ ਦਾ ਮਤਲਬ ਕੀ ਆ, ਜੇ ਇੱਕ ਨਾਰਥ, ਇੱਕ ਦਾ ਜਿਹੜੀ ਇੱਕ ਦੇ ਵਿੱਚ ਜਿਹੜੀ ਮੈਗਨੈਟਿਕ ਫੀਲਡ ਬਣੀ ਆ ਉਹ ਨਾਰਥ ਬਣੀ ਤੇ ਦੂਸਰੇ ਵਿੱਚ ਵੀ ਨਾਰਥ ਬਣਨੀ। ਸੋ ਹੁਣ ਤੁਹਾਨੂੰ ਪਤਾ ਹੈ, ਤੁਸੀਂ ਛੋਟੇ ਹੁੰਦੇ ਕਾਫੀ ਇਹ ਚੀਜ਼ ਦੇਖੀ ਵੀ ਹੋਣੀ ਆ ਕਿ 2 ਆਪਾਂ ਮੈਗਨੇਟ ਸੀ, ਜਦੋਂ ਆਪਾਂ ਉਹਨਾਂ ਦੇ ਸੇਮ ਪੋਲ ਇੱਕ ਦੂਜੇ ਦੇ ਨੇੜੇ ਲੈ ਕੇ ਆਉਂਦੇ ਸੀ, ਇੱਕ ਦੂਜੇ ਨੂੰ ਕੀ ਕਰਦੇ ਆ, ਰਿਪੈਲ ਕਰਦੇ ਆ, ਦੂਰ ਭੇਜਦੇ ਆ। ਤੇ ਜਦੋਂ ਆਪੋਜ਼ਿਟ ਪੋਲੈਰਿਟੀ ਜਿਹੜੀਆਂ ਉਹਨੂੰ ਨੇੜੇ ਲੈ ਕੇ ਆਉਂਦੇ ਆ, ਨਾਰਥ ਤੇ ਸਾਊਥ ਨੂੰ, ਇੱਕ ਦੂਜੇ ਵੱਲ ਅਟਰੈਕਟ ਹੁੰਦੇ ਆ, ਠੀਕ ਆ। ਸੋ ਇਹਦੇ ਵਿੱਚ ਕੀ ਹੁੰਦਾ ਆ, ਸਿਮਿਲਰ ਉਹੀ ਫੰਡਾ ਆਪਾਂ ਯੂਜ਼ ਕਰਨਾ ਕਿ ਦੋਨਾਂ ਦੇ ਵਿੱਚ ਕੀ ਹੋਇਆ ਆ, ਹੁਣ ਸੇਮ ਜਿਹੜਾ ਆ ਮੈਗਨੈਟਿਕ ਫੀਲਡ ਪ੍ਰੋਡਿਊਸ ਕਰਤਾ ਆਪਾਂ ਦੋਨੋਂ ਆਇਰਨ ਪੀਸਿਸ ਦੇ ਵਿੱਚ, ਉਹਦੇ ਕਰਕੇ ਕੀ ਹੋਇਆ, ਦੋਨਾਂ ਨੇ ਇੱਕ ਦੂਜੇ ਨੂੰ ਰਿਪੈਲ ਕਰਨਾ। ਸੋ ਜਦੋਂ ਰਿਪੈਲ ਕਰਨਾ ਆ ਉਹਦੇ ਨਾਲ ਹੀ ਕੀ ਹੋਣਾ, ਮੇਰਾ ਪੁਆਇੰਟਰ ਜਿਹੜਾ ਹੋਊਗਾ ਇਹਦੇ ਵਿੱਚ ਮੂਵ ਹੋਊਗਾ। ਸੋ ਇਹੀ ਬੇਸਿਕ ਪ੍ਰਿੰਸੀਪਲ ਆ ਰਿਪਲਸ਼ਨ ਟਾਈਪ ਮੂਵਿੰਗ ਆਇਰਨ ਇੰਸਟਰੂਮੈਂਟਸ ਦਾ। ਸੋ ਇਹਦੀ ਕੰਸਟਰਕਸ਼ਨ ਦੇਖੋ, ਆ 2 ਮੇਰੇ ਕੋਲ ਦੋਨੋਂ ਅਲੱਗ-ਅਲੱਗ ਡਾਇਗਰਾਮ ਮੈਂ ਬਣਾਏ ਹੋਏ ਆ, ਜਿਹੜਾ ਵੀ ਤੁਹਾਨੂੰ ਈਜ਼ੀ ਲੱਗੇ ਉਹ ਤੁਸੀਂ ਆਪਣਾ ਡਰਾਅ ਵੀ ਕਰ ਲਿਓ ਤੇ ਪੜ੍ਹ ਵੀ ਲਈਓ। ਸੋ ਕੰਮ ਦੋਨਾਂ ਦਾ ਸੇਮ ਹੀ, ਇੰਸਟਰੂਮੈਂਟ ਵੀ ਸੇਮ ਹੀ ਆ। ਕੰਸਟਰਕਸ਼ਨ ਪੁਆਇੰਟ ਆਫ ਵਿਊ ਤੋਂ ਆ ਦੇਖੋ, ਸੈਕਸ਼ਨਲ ਵਿਊ ਜਿਹੜਾ ਦੋਨੋਂ ਫਿਗਰ ਦੇ ਵਿੱਚ ਸ਼ੋ ਕੀਤਾ ਹੋਇਆ, ਇਹਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਦੇਖੋ ਇੱਕ ਤਾਂ ਇਹਦੇ ਵਿੱਚ ਫਿਕਸਡ ਸਿਲੰਡਰ ਹੋਣਾ, ਠੀਕ ਹੈ, ਤੇ ਇੱਕ ਇਹਦੇ ਵਿੱਚ ਮੂਵਿੰਗ ਸਿਲੰਡਰ ਹੋਣਾ। ਤੁਹਾਨੂੰ ਦੱਸਿਆ ਸੀਗਾ ਵੀ ਇਹਦੇ ਵਿੱਚ ਆਪਾਂ ਕੀ ਕਰਨੇ ਆ, 2 ਆਇਰਨ ਪੀਸ ਯੂਜ਼ ਕਰਨੇ ਆ, 2 ਸਿਮਿਲਰਲੀ ਮੈਗਨੇਟਾਈਜ਼ ਆਇਰਨ ਪੀਸ, ਠੀਕ ਹੈ। ਸੋ 2 ਮੈਗਨੈਟਿਕ ਪੀਸ ਯੂਜ਼ ਕਰਨੇ ਆ। ਸੋ ਉਹੀ 2 ਆਪਾਂ ਯੂਜ਼ ਕੀਤੇ ਆ। ਜੇ ਆਪਾਂ ਇੱਥੇ ਦੇਖੀਏ ਤਾਂ ਦੇਖੋ ਇਹ ਕੀ ਆ, ਮੇਰੇ ਕੋਲ ਮੂਵੇਬਲ ਵੇਨ ਆ, ਮੂਵੇਬਲ ਵੇਨ ਮਤਲਬ ਕਿ ਮੂਵੇਬਲ ਆਇਰਨ ਪੀਸ ਆ,
ਤੇ ਇੱਕ ਮੇਰੇ ਕੋਲ ਇੱਥੇ ਫਿਕਸਡ ਵੇਨ ਹੈ ਯਾਨੀ ਕਿ ਫਿਕਸਡ ਆਇਰਨ ਪੀਸ ਹੈ। ਸੈਕਿੰਡ ਡਾਇਗਰਾਮ 'ਚ ਵੀ ਦੇਖੋ ਆ ਦੇਖੋ ਇੱਕ ਮੇਰੇ ਕੋਲ ਜਿਹੜਾ ਸੈਂਟਰ ਵਾਲਾ ਆ ਇਹ ਕੀ ਆ ਮੂਵੇਬਲ ਆ, ਠੀਕ ਆ ਮੂਵੇਬਲ ਆਇਰਨ ਵੇਨ ਆ, ਤੇ ਜਿਹੜਾ ਆਊਟਰ ਸਾਈਡ ਵਾਲਾ ਇਹ ਕੀ ਆ ਮੇਰੇ ਕੋਲ ਫਿਕਸਡ ਆਇਰਨ ਵੇਨ ਯਾਨੀ ਕਿ ਫਿਕਸਡ ਆਇਰਨ ਦਾ ਪੀਸ ਆ। ਸੋ ਇਟ ਬੇਸਿਕਲੀ ਕੰਸਿਸਟ ਵਨ ਫਿਕਸਡ ਸਿਲੰਡਰ ਕੋਇਲ ਐਂਡ ਵਨ ਮੂਵੇਬਲ ਸਿਲੰਡਰ ਕੋਇਲ। ਫਿਕਸਡ ਕੋਇਲ ਕੈਰੀਜ਼ ਦਾ ਆਪਰੇਟਿੰਗ ਕਰੰਟ, ਠੀਕ ਹੈ। ਸੋ ਇਹਦੇ ਵਿੱਚ ਕੀ ਹੁੰਦਾ ਆ ਫਿਕਸਡ ਜਿਹੜੀ ਕੋਇਲ ਹੁੰਦੀ ਆ ਆਪਣੇ ਕੋਲ ਇਹਦੇ ਵਿੱਚ ਆ ਦੇਖੋ ਆ ਫਿਕਸਡ ਕੋਇਲ ਆ, ਫਿਕਸਡ ਕੋਇਲ ਦੇ ਵਿੱਚ ਮੇਰੇ ਕੋਲ ਕੀ ਹੋਣਾ ਆਪਰੇਟਿੰਗ ਕਰੰਟ ਹੋਣਾ, ਠੀਕ ਹੈ। ਯਾਨੀ ਕਿ ਸਪਲਾਈ ਜਿਹੜੀ ਆ ਦੇਖੋ ਡਾਇਗਰਾਮ 'ਚ ਦੇਖੋ ਇਹ ਜਿਹੜੀ ਆ ਦੋ ਟਰਮੀਨਲ ਲਾਈਨ ਆ ਤਾਂ ਸਪਲਾਈ ਦੇਣੀ, ਠੀਕ ਆ। ਸੋ ਇਹ ਕੀ ਆ ਫਿਕਸਡ ਕੋਇਲ ਦੇ ਨਾਲ ਕੀ ਹੋਇਆ ਅਟੈਚ ਹੋਇਆ ਮੇਰੇ ਕੋਲ, ਠੀਕ ਆ। ਤੇ ਜਿਹੜਾ ਪੁਆਇੰਟਰ ਆ ਇਹ ਕਿਹਦੇ ਨਾਲ ਅਟੈਚ ਹੋਣਾ ਸਪਿੰਡਲ ਦੇ ਨਾਲ ਵਿਚ ਗਿਵ ਡਿਫਲੈਕਸ਼ਨ ਔਨ ਸਕੇਲ, ਠੀਕ ਆ। ਸੋ ਪੁਆਇੰਟਰ ਜਿਹੜਾ ਆ ਇਹ ਅੱਗੇ ਸਪਿੰਡਲ ਦੇ ਨਾਲ ਅਟੈਚਡ ਆ ਮੇਰੇ ਕੋਲ, ਪੁਆਇੰਟਰ ਕੀ ਆ ਮੇਰੇ ਕੋਲ ਸਪਿੰਡਲ ਨਾਲ ਅਟੈਚ ਆ। ਵੀ ਦੇਖੋ ਇੱਥੇ ਮੇਰੇ ਕੋਲ ਫੀਲਡ ਕੋਇਲ ਸੋ ਇਹਦੇ ਵਿੱਚ ਕੀ ਕੀ ਪਾਰਟਸ ਆ ਗਏ, ਇੱਕ ਤਾਂ ਮੇਰੇ ਕੋਲ ਫਿਕਸਡ ਕੋਇਲ ਆ ਗਈ ਆਪਣੇ ਕੋਲ, ਠੀਕ ਆ। ਫਿਕਸਡ ਕੋਇਲ ਜਿਹੜੀ ਉਹਨੂੰ ਆਪਾਂ ਸਪਲਾਈ ਦੇਣੀ, ਇੱਥੇ ਵੀ ਆ ਦੇਖੋ ਫਿਕਸਡ ਕੋਇਲ ਆ, ਇਹਦੇ ਟਰਮੀਨਲ ਇੱਥੇ ਸ਼ੋ ਨਹੀਂ ਕੀਤੇ ਬਟ ਇਹਦੇ ਟਰਮੀਨਲ ਇੱਥੋਂ ਨਿਕਲਦੇ ਹੋਣਗੇ ਜਿਨ੍ਹਾਂ ਨੂੰ ਆਪਾਂ ਸਪਲਾਈ ਦੇਣੀ। ਦੈਨ ਇਹਦੇ ਵਿੱਚ ਮੇਰੇ ਕੋਲ ਕੀ ਆ ਗਿਆ ਇੱਕ ਮੂਵੇਬਲ ਆਇਰਨ ਵੇਨ ਜਾਂ ਆਇਰਨ ਸਿਲੰਡਰ ਆ ਗਿਆ, ਠੀਕ ਆ। ਉਹਦੇ ਉੱਪਰ ਹੀ ਆਪਾਂ ਕੀ ਕੀਤਾ ਇੱਕ ਫਿਕਸਡ ਆਇਰਨ ਵੇਨ ਕਰਤਾ, ਜਿੱਦਾਂ ਇੱਥੇ ਵੀ ਸੇਮ ਹੀ ਇੱਕ ਫਿਕਸਡ ਆਇਰਨ ਦਾ ਵੇਨ ਤੇ ਇੱਕ ਮੂਵੇਬਲ ਆਇਰਨ ਸਿਲੰਡਰ ਜਾਂ ਆਇਰਨ ਦਾ ਵੇਨ, ਠੀਕ ਆ। ਸੋ ਉਹ ਜਿਹੜਾ ਮੂਵੇਬਲ ਆ ਨਾ ਆਪਣੇ ਕੋਲ ਜਿੱਦਾਂ ਆਹ ਦੇਖੋ ਇੱਥੇ ਮੂਵੇਬਲ ਆ, ਮੂਵੇਬਲ ਦੇ ਨਾਲ ਹੀ ਆ ਦੇਖੋ ਸਪਿੰਡਲ ਲੱਗਾ ਜਿਹਦੇ ਨਾਲ ਆਪਾਂ ਪੁਆਇੰਟਰ ਅਟੈਚ ਕੀਤਾ। ਸਿਮਿਲਰਲੀ ਦੂਸਰੇ ਡਾਇਗਰਾਮ 'ਚ ਵੀ ਆ ਦੇਖੋ ਸੈਂਟਰ ਆ ਮੂਵੇਬਲ ਆ, ਇਹਦੇ ਨਾਲ ਸਪਿੰਡਲ ਲੱਗਾ ਤੇ ਸਪਿੰਡਲ ਨਾਲ ਅੱਗੇ ਆਪਾਂ ਕੀ ਕੀਤਾ ਪੁਆਇੰਟਰ ਨੂੰ ਜਿਹੜਾ ਆ ਅਟੈਚ ਕੀਤਾ। So a spring is attached to pointer which provide an controlling torque and damping torque is provided by air friction damping. So ਇਹਦਾ ਡਾਇਗਰਾਮ ਅੱਗੇ ਹੋਰ ਵੀ ਤੁਹਾਨੂੰ ਦਿਖਾ ਦੂੰਗਾ ਮੈਂ। ਸੋ ਇਹਦੇ ਵਿੱਚ ਕੀ ਹੁੰਦਾ ਦੇਖੋ ਆਪਾਂ ਕੀ ਕੀਤਾ ਜਿਹੜੀ ਸਪਿੰਡਲ ਆ ਨਾ ਸਪਿੰਡਲ ਆ ਜਿਹਦੇ ਨਾਲ ਪੁਆਇੰਟਰ ਵੀ ਅਟੈਚ ਆ ਉਹਦੇ ਨਾਲ ਹੀ ਆਪਾਂ ਕੀ ਕੀਤਾ ਸਪਰਿੰਗ ਲਾਇਆ ਹੋਇਆ ਬ੍ਰੌਂਜ਼ ਦਾ ਬਣਿਆ ਹੁੰਦਾ ਸਪਰਿੰਗ ਆ ਦੇਖੋ ਇੱਥੇ ਵੀ ਲੱਗਾ ਆ ਇੱਥੇ ਵੀ ਯੂਜ਼ ਕੀਤਾ ਹੋਇਆ ਆਪਾਂ। ਸੋ ਇਹ ਜਿਹੜਾ ਸਪਰਿੰਗ ਹੁੰਦਾ ਇਹ ਕੰਟਰੋਲਿੰਗ ਟਾਰਕ ਪ੍ਰੋਵਾਈਡ ਕਰਦਾ, ਜਿਹੜੀ ਆਪਾਂ ਡੈਂਪਿੰਗ ਹੁੰਦੀ ਆ ਉਹ ਕੀ ਕਰਦੇ ਆ ਆਪਾਂ 에ਅਰ ਫ੍ਰਿਕਸ਼ਨ ਜਿਹੜੀ ਆ ਉਹਦੇ ਫਾਰਮ ਦੇ ਵਿੱਚ ਆਪਾਂ ਕਰਦੇ ਆ। ਆ ਦੇਖੋ ਇੱਕ ਹੋਰ ਡਾਇਗਰਾਮ ਮੇਰੇ ਕੋਲ ਹੈਗਾ ਇਹਦੇ ਵਿੱਚ ਵੀ ਦੇਖੋ ਇੱਕ ਆ ਦੇਖੋ ਫਿਕਸਡ ਆਇਰਨ ਆ ਗਈ ਇੱਕ ਮੂਵਿੰਗ ਆਇਰਨ ਪੀਸ ਆ ਗਿਆ। ਆ ਮੇਰੇ ਕੋਲ ਕੀ ਆ ਕੋਇਲ ਆ ਫਿਕਸਡ ਕੋਇਲ ਆ ਫੀਲਡ ਕੋਇਲ ਜਿਹਨੂੰ ਆਪਾਂ ਕਹਿੰਦੇ ਆ ਫੀਲਡ ਕਹ ਲਓ ਫਿਕਸਡ ਕਹਿ ਲਓ, ਠੀਕ ਹੈ। ਇੱਥੇ ਇਹਨਾਂ ਨੇ ਕੀ ਕਿਹਾ ਦੇਖੋ ਇੱਥੇ ਇਹਨਾਂ ਨੇ ਫਿਕਸਡ ਸਿਲੈਂਡਰੀਕਲ ਕੋਇਲ ਲਿਖਿਆ ਇੱਥੇ ਫੀਲਡ ਕੋਇਲ ਲਿਖਿਆ, ਸੋ ਕਨਫਿਊਜ਼ ਨਹੀਂ ਹੋਣਾ ਫੀਲਡ ਕੋਇਲ ਲਿਖ ਲਓ ਜਾਂ ਫਿਕਸਡ ਕੋਇਲ ਲਿਖ ਲਓ, ਦੋਨਾਂ 'ਚ ਕੋਈ ਵੀ ਲਿਖ ਸਕਦੇ ਆ, ਠੀਕ ਹੈ। ਇਹ ਟੌਪ ਵਿਊ ਆ ਇੰਸਟਰੂਮੈਂਟ ਦਾ, ਇਹ ਇੰਸਟਰੂਮੈਂਟ ਦਾ ਟੌਪ ਵਿਊ ਆ। ਸੋ ਫਿਕਸਡ ਆਇਰਨ ਮੂਵਿੰਗ ਆਇਰਨ ਦੈਨ ਆਪਣੇ ਕੋਲ ਆ ਸਪਰਿੰਗ ਆ ਗਿਆ ਦਾ ਕੰਟਰੋਲ ਸਪਰਿੰਗ ਕੰਟਰੋਲਿੰਗ ਟਾਰਕ ਪ੍ਰੋਵਾਈਡ ਕਰਾਉਣ ਵਾਸਤੇ। ਦੈਨ ਆਪਣੇ ਕੋਲ ਆ ਦੇਖੋ ਕਲੋਜ਼ਡ 에ਅਰ ਚੈਂਬਰ ਆ, ਕਿਉਂ ਲਾਇਆ ਇਹ ਲਾਇਆ ਆਪਾਂ ਡੈਂਪਿੰਗ ਟਾਰਕ ਪ੍ਰੋਡਿਊਸ ਕਰਨ ਵਾਸਤੇ, ਠੀਕ ਆ। ਜਿਹਦੇ ਵਿੱਚ ਕੀ ਆ ਪਿਸਟਨ ਕੀ ਆ ਅੱਗੇ ਪੁਆਇੰਟਰ ਦੇ ਨਾਲ ਅਟੈਚ ਆ, ਠੀਕ ਆ। ਸੋ ਇਹ ਫਰੀਲੀ ਮੂਵ ਕਰਕੇ ਸਿਲੰਡਰ ਦੇ ਵਿੱਚ ਤੇ ਕੀ ਕਰਦਾ ਹੈ ਡਿਫਲੈਕਸ਼ਨ ਜਿਹੜੀ ਅਨਵਾਂਟਡ ਡਿਫਲੈਕਸ਼ਨ ਆ ਜਾਂ ਆਸੀਲੇਸ਼ਨਸ ਆ ਉਹਨੂੰ ਰੋਕਦਾ। ਉਸ ਤੋਂ ਬਾਅਦ ਮੇਰੇ ਕੋਲ ਆ ਸਕੇਲ ਆ ਗਿਆ, ਠੀਕ ਹੈ, ਜਿੱਥੇ ਆਪਾਂ ਰੀਡਿੰਗ ਦੇਖਣੀ ਹੁੰਦੀ ਆ। ਦੈਨ ਆ ਫਰੰਟ ਵਿਊ ਆ ਸੇਮ ਦਾ ਹੀ, ਜਿਹਦੇ ਵਿੱਚ ਆ ਦੇਖੋ ਇੱਕ ਮੂਵੇਬਲ ਕੋਇਲ ਆ ਆਪਣੇ ਕੋਲ, ਆ ਆਪਣੇ ਕੋਲ ਫਿਕਸਡ ਕੋਇਲ ਜਾਂ ਫਿਕਸਡ ਆਇਰਨ ਪੀਸ ਆ ਮੂਵਿੰਗ ਆਇਰਨ ਪੀਸ ਜਾਂ ਵੇਨ ਆ। ਦੈਨ ਆ ਫਿਕਸਡ ਕੋਇਲ ਆ ਗਈ ਮੇਰੇ ਕੋਲ ਪੂਰੀ। ਉਸ ਤੋਂ ਬਾਅਦ 'ਚ ਆ ਸਪਰਿੰਗ ਆ ਗਿਆ, ਠੀਕ ਆ। ਆ ਜਿਹੜਾ ਆ ਪੂਰਾ ਕੇਸਿੰਗ ਹੈਗੀ ਆ ਆਪਣੇ ਕੋਲ 에ਅਰ ਚੈਂਬਰ, ਠੀਕ ਆ, 에ਅਰ ਫ੍ਰਿਕਸ਼ਨ ਡੈਂਪਿੰਗ ਵਾਸਤੇ। ਉਸ ਤੋਂ ਬਾਅਦ ਡੈਂਪਿੰਗ ਵੇਨ ਆ ਜਿਹੜਾ ਅੱਗੇ ਸਪਿੰਡਲ ਨਾਲ ਅਟੈਚ ਆ ਤੇ ਆ ਮੇਰੇ ਕੋਲ ਪੁਆਇੰਟਰ ਆ ਤੇ ਇੱਥੇ ਸਕੇਲ ਹੋਊਗਾ। ਬਾਕੀ ਜਿਹੜਾ ਬੈਲੈਂਸ ਵੇਟ ਵੀ ਲਗਾਇਆ ਹੋਇਆ ਕੰਟਰੋਲਿੰਗ ਟਾਰਕ ਪ੍ਰੋਵਾਈਡ ਕਰਨ ਵਾਸਤੇ ਤੇ ਸਪਰਿੰਗ ਵੀ ਲਗਾਇਆ ਹੋਇਆ ਆਪਾਂ ਇਹਦੇ ਵਿੱਚ। ਸੋ ਹੁਣ ਇਹਦੀ ਵਰਕਿੰਗ ਕਿਸ ਤਰ੍ਹਾਂ ਨਾਲ ਹੁੰਦੀ ਆ ਉਹ ਵੀ ਆਪਾਂ ਸਮਝ ਲੈਂਦੇ ਹਾਂ। ਕਹਿੰਦਾ ਵੈਨ ਦਾ ਇੰਸਟਰੂਮੈਂਟ ਇਜ਼ ਕਨੈਕਟਡ ਟੂ ਦਾ ਸਰਕਿਟ ਦਾ ਆਪਰੇਟਿੰਗ ਕਰੰਟ ਫਲੋਜ਼ ਥਰੂ ਦਾ ਕੋਇਲ। ਸੋ ਆ ਜਿਹੜੀ ਦੇਖੋ ਆ ਕੋਇਲ ਆ ਆਪਣੇ ਕੋਲ ਇਹਦੇ ਵਿੱਚ ਇਹਨੂੰ ਆਪਾਂ ਸਪਲਾਈ ਦਿੰਦੇ ਆ। ਆਹ ਵਾਲੀ ਕੋਇਲ ਨੂੰ ਆ ਦੇਖੋ ਇੱਥੇ ਡਾਇਗਰਾਮ 'ਚ ਸ਼ੋ ਕੀਤਾ, ਆ ਦੇਖੋ ਆ ਲੀਡ ਲੱਗੀਆਂ ਹੋਈਆਂ ਨਾ, ਇਹ ਲੀਡ ਕੀ ਕਰ ਰਹੀਆਂ ਇਹਨਾਂ ਤੋਂ ਆਪਾਂ ਸਪਲਾਈ ਦੇਣੀ ਹੁੰਦੀ ਆ। ਤੇ ਲਿਖਿਆ ਵੀ ਹੋਇਆ ਕੋਇਲ ਲੀਡਸ ਟੂ ਮੀਟਰ ਟਰਮੀਨਲ, ਯਾਨੀ ਕਿ ਮੀਟਰ ਦੇ ਟਰਮੀਨਲ ਇੱਥੋਂ ਨਿਕਲਦੇ ਆ ਉਹ ਟਰਮੀਨਲ ਜਿਹੜੇ ਹੁੰਦੇ ਉਹਨਾਂ 'ਤੇ ਆਪਾਂ ਮੁੜ ਕੇ ਸਪਲਾਈ ਦੇ ਦਿੰਦੇ ਹਾਂ। ਸੋ ਜਦੋਂ ਵੀ ਆਪਾਂ ਜਿਹੜਾ ਇੰਸਟਰੂਮੈਂਟ ਨੂੰ ਕਨੈਕਟ ਕਰਦੇ ਆ ਸਰਕਿਟ ਨਾਲ ਕਰੰਟ ਜਿਹੜਾ ਫਿਕਸਡ ਕੋਇਲ ਜਾਂ ਫੀਲਡ ਕੋਇਲ ਦੇ ਵਿੱਚ ਫਲੋ ਕਰਨਾ ਸਟਾਰਟ ਹੋ ਜਾਂਦਾ। ਸੋ ਜਦੋਂ ਵੀ ਕਰੰਟ ਫਲੋ ਕਰਦਾ ਕੋਇਲ ਦੇ ਵਿੱਚੋਂ ਤਾਂ ਉਹ ਕਰੰਟ ਜਿਹੜਾ ਆ ਕੋਇਲ ਦੇ ਵਿੱਚ ਕੀ ਕਰਦਾ ਆਪਣਾ ਮੈਗਨੈਟਿਕ ਫੀਲਡ ਸੈਟਅਪ ਕਰ ਲੈਂਦਾ। ਤੇ ਇਹ ਜਿਹੜਾ ਮੈਗਨੈਟਿਕ ਫੀਲਡ ਹੁੰਦਾ ਇਹ ਕੀ ਕਰਦਾ ਦੋਨੋਂ ਕੋਇਲਸ ਨੂੰ ਸਿਮਿਲਰਲੀ ਮੈਗਨੇਟਾਈਜ਼ ਕਰ ਦਿੰਦਾ, ਯਾਨੀ ਕਿ ਜਿਹੜੀਆਂ ਦੋਨੋਂ ਫਿਕਸਡ ਤੇ ਮੂਵੇਬਲ ਕੋਇਲਸ ਆ ਉਹਨਾਂ ਦੇ ਵਿੱਚ ਸੇਮ ਪੋਲੈਰਿਟੀ ਆ ਜਾਣੀਆਂ, ਜਾਂ ਤਾਂ ਦੋਨਾਂ ਦੇ ਵਿੱਚ ਨਾਰਥ ਆਊਗੀ ਜਾਂ ਦੋਨਾਂ 'ਚ ਸਾਊਥ ਆਊਗੀ। ਇਟ ਡਿਪੈਂਡਿੰਗ ਅਪੋਨ ਕਿ ਉਹਦੀ ਡਾਇਰੈਕਟ ਆਪਾਂ ਕੀ ਰੱਖੀ ਆ ਉਹਦੀ ਜਿਹੜੀ ਪੋਲੈਰਿਟੀ ਆ ਕੀ ਰੱਖੀ ਆ ਉਹਦੇ ਅਕੋਰਡਿੰਗਲੀ ਆਪਣੇ ਕੋਲ ਕੀ ਆ ਪੋਲੈਰਿਟੀਜ਼ ਜਿਹੜੀਆਂ ਨਾਰਥ ਜਾਂ ਨਾਰਥ ਸਾਊਥ ਆਪਣੇ ਕੋਲ ਬਣ ਜਾਣਗੀਆਂ। ਦੈਨ
ਸੇਮ ਪੋਲੈਰਿਟੀ ਹੋਣ ਦੇ ਕਰਕੇ ਕੀ ਹੋਣਾ ਆ, ਉੱਥੇ ਰਿਪਲਸ਼ਨ ਫੋਰਸ ਜਿਹੜੀ ਆ ਜਾਂ ਰਿਪਲਸਿਵ ਫੋਰਸ ਆ ਉਹ ਆਪਣੇ ਕੋਲ ਪ੍ਰੋਡਿਊਸ ਹੋ ਜਾਣੀ ਆ, ਜਿਹਦੇ ਕਰਕੇ ਜਿਹੜਾ ਮੂਵੇਬਲ ਆਇਰਨ ਪੀਸ ਆ ਉਹ ਮੂਵ ਹੋ ਜਾਣਾ ਆ ਇੱਕ ਫਿਕਸਡ ਪੀਸ ਤੋਂ ਦੂਰ। ਫਿਕਸਡ ਜਿਹੜਾ ਪੀਸ ਆ ਜਾਂ ਫਿਕਸਡ ਆਇਰਨ ਆ ਉਹਦੇ ਕੋਲੋਂ ਦੂਰ ਕਿਉਂ ਹੋਣਾ, ਕਿਉਂਕਿ ਦੋਨਾਂ ਦੀ ਪੋਲੈਰਿਟੀ ਸੇਮ ਆ, ਦੋਨਾਂ ਦੀ ਨਾਰਥ ਪੋਲੈਰਿਟੀ ਆ ਜਾਂ ਸਾਊਥ ਪੋਲੈਰਿਟੀ ਆ, ਉਹਦੇ ਕਰਕੇ ਕੀ ਹੋਣਾ, ਦੋਨੋਂ ਜਿਹੜੇ ਕੰਟੈਕਟ ਆ ਇੱਕ ਦੂਜੇ ਤੋਂ ਕੀ ਹੋਣਾ, ਉਹਨਾਂ ਨੇ ਦੂਰ ਜਾਣ ਦੀ ਕੋਸ਼ਿਸ਼ ਕਰਨੀ ਆ। ਸੋ ਉਹਦੇ ਕਰਕੇ ਕੀ ਹੋਣਾ, ਜਦੋਂ ਮੂਵੇਬਲ ਪੀਸ ਮੂਵ ਕੀਤਾ ਉਹਦੇ ਨਾਲ ਮੂਵੇਬਲ ਪੀਸ ਦੇ ਨਾਲ ਹੀ ਆਹ ਦੇਖੋ ਆਪਣੇ ਕੋਲ ਅੱਗੇ ਕੀ ਆ, ਸਪਿੰਡਲ ਅਟੈਚ ਆ। ਜਦੋਂ ਮੂਵੇਬਲ ਪੀਸ ਮੂਵ ਕੀਤਾ ਨਾਲ ਹੀ ਮੇਰੇ ਕੋਲ ਕੀ ਹੋਣਾ ਆ, ਜਿਹੜੀ ਸਪਿੰਡਲ ਆ ਉਹ ਵੀ ਡਿਫਲੈਕਟ ਹੋਣੀ ਆ, ਅਤੇ ਨਾਲ ਹੀ ਉਹਦੇ ਪੁਆਇੰਟਰ ਵੀ ਮੂਵ ਕਰਨਾ, ਅਤੇ ਆਪਣੇ ਕੋਲ ਕੈਲੀਬਰੇਟਡ ਸਕੇਲ 'ਤੇ ਕੀ ਆ, ਰੀਡਿੰਗ ਆ ਜਾਣੀ। ਠੀਕ ਆ, ਇੱਕ ਵਾਰ ਫਿਰ ਦੁਬਾਰਾ ਤੁਹਾਨੂੰ ਸਮਝਾ ਦਿੰਦਾ ਮੈਂ ਸਾਰਾ ਕਿੱਦਾਂ ਕੰਮ ਕਰਦਾ। ਇਸ ਡਾਇਗਰਾਮ ਤੋਂ ਪਹਿਲਾਂ ਦੇਖਦੇ ਹਾਂ। ਫਿਕਸਡ ਕੋਇਲ ਆ, ਟਰਮੀਨਲ ਤੋਂ ਆਏ, ਸਪਲਾਈ ਦਿੱਤੀ, ਕੋਇਲ ਦਾ ਆਪਣਾ ਮੈਗਨੈਟਿਕ ਫੀਲਡ ਆ। ਠੀਕ ਆ, ਜਦੋਂ ਕਰੰਟ ਫਲੋ ਕੀਤਾ ਇਹਦੇ ਵਿੱਚੋਂ ਇਹਨੇ ਕੀ ਕਰਨਾ, ਮੈਗਨੈਟਿਕ ਫੀਲਡ ਬਣਾਉਣਾ ਲੈਣਾ ਆਪਣਾ। ਸੋ ਉਹ ਜਿਹੜਾ ਮੈਗਨੈਟਿਕ ਫੀਲਡ ਆ ਉਹਨੇ ਕੀ ਕਰਨਾ, ਜਿਹੜਾ ਫਿਕਸਡ ਆਇਰਨ ਪੀਸ ਆ ਅਤੇ ਮੂਵਿੰਗ ਆਇਰਨ ਪੀਸ ਆ, ਇਹਨਾਂ ਦੋਨਾਂ ਨੂੰ ਕੀ ਕਰਨਾ, ਸੇਮ ਪੋਲੈਰਿਟੀ 'ਤੇ ਮੈਗਨੇਟਾਈਜ਼ ਕਰ ਦੇਣਾ। ਕਿਉਂਕਿ ਮੈਗਨੈਟਿਕ ਫੀਲਡ ਦੇ ਵਿੱਚ ਜਦੋਂ ਆਪਾਂ ਆਇਰਨ ਪੀਸ ਰੱਖਦੇ ਹਾਂ ਤਾਂ ਓਬਵੀਅਸ ਜੀ ਗੱਲ ਆ ਕਿ ਉਹਨੇ ਮੈਗਨੇਟਾਈਜ਼ ਹੋਣਾ ਹੀ ਹੋਣਾ, ਅਤੇ ਇਹ ਵਿਦਨ ਫ੍ਰਿਕਸ਼ਨ ਆਫ ਸੈਕਿੰਡਸ ਇਹ ਜਿਹੜੀ ਚੀਜ਼ ਆ ਇਹ ਹੁੰਦੀ ਆ ਪਰਫੋਰਮ। ਸੋ ਫੀਲਡ ਕੋਇਲ ਨੂੰ ਸਪਲਾਈ ਦਿੱਤੀ, ਇਹਨਾਂ ਨੇ ਦੋਨੋਂ ਫਿਕਸਡ ਅਤੇ ਮੂਵੇਬਲ ਆਇਰਨ ਦੇ ਵਿੱਚ ਕੀ ਹੋਣਾ ਹੈ, ਸੇਮ ਮੈਗਨੈਟਿਕ ਫੀਲਡ ਪ੍ਰੋਡਿਊਸ ਹੋ ਗਿਆ। ਸੇਮ ਮੈਗਨੈਟਿਕ ਫੀਲਡ ਬਣਨ ਦੇ ਕਰਕੇ ਕੀ ਹੋਇਆ, ਆਪਣੇ ਕੋਲ ਜਿਹੜੀ ਪੋਲੈਰਿਟੀ ਸੀ ਦੋਨਾਂ ਦੇ ਵਿੱਚ ਉਹ ਵੀ ਕੀ ਹੋਇਆ, ਸੇਮ ਬਣ ਗਈ। ਜਾਣੀ ਕਿ ਇਹਦੇ ਵਿੱਚ ਵੀ ਨਾਰਥ ਪੋਲੈਰਿਟੀ ਆ ਗਈ, ਇਹਦੇ ਵਿੱਚ ਵੀ ਨਾਰਥ ਪੋਲੈਰਿਟੀ ਆ ਗਈ। ਉਹਦੇ ਕਰਕੇ ਕੀ ਹੋਣਾ ਕਿ ਜਿਹੜਾ ਮੂਵਿੰਗ ਆਇਰਨ ਵੇਨ ਆ ਨਾ, ਇਹਨੇ ਕੀ ਕਰਨਾ, ਆਪਣੀ ਪੋਜੀਸ਼ਨ ਤੋਂ ਮੂਵ ਕਰ ਜਾਣਾ ਥੋੜ੍ਹਾ ਜਿਹਾ। ਠੀਕ ਆ, ਡਿਪੈਂਡਿੰਗ ਅਪੋਨ ਸਪਰਿੰਗ ਕਿ ਸਪਰਿੰਗ ਦੀ ਟੈਂਸ਼ਨ ਕੀ ਆ ਜਾਂ ਆਪਣੇ ਕੋਲ ਕਰੰਟ ਦੀ ਵੈਲਿਊ ਕੀ ਆ, ਜਿਹੜਾ ਮੂਵਿੰਗ ਆਇਰਨ ਪੀਸ ਆ ਇਹਨੇ ਕੀ ਕਰਨਾ, ਆਪਣੀ ਜਗ੍ਹਾ ਤੋਂ ਮੂਵ ਕਰ ਜਾਣਾ। ਸੋ ਉਹ ਇਹ ਮੂਵ ਹੋਇਆ ਤਾਂ ਨਾਲ ਹੀ ਆ ਜਿਹੜੇ ਸਪਿੰਡਲ ਅਟੈਚ ਆ ਵਾਲੀ ਇਹਨੇ ਵੀ ਮੂਵ ਕਰਨਾ, ਸਪਿੰਡਲ ਨੇ ਮੂਵ ਕਰਨਾ ਤਾਂ ਨਾਲ ਹੀ ਪੁਆਇੰਟਰ ਮੂਵ ਕਰ ਜਾਣਾ। ਸੇਮ ਹੀ ਆ ਦੇਖੋ, ਇੱਥੇ ਵੀ ਡਾਇਗਰਾਮ ਜ਼ਿਆਦਾ ਕਲੀਅਰ ਹੋ ਜਾਊਗਾ ਤੁਹਾਨੂੰ। ਸਪਲਾਈ ਦਿੱਤੀ, ਦੋਨਾਂ ਦੇ ਵਿੱਚ ਮੈਗਨੇਟ, ਦੋਨੋਂ ਮੈਗਨੇਟਾਈਜ਼ ਹੋ ਗਏ, ਫਿਕਸਡ ਵੀ ਅਤੇ ਮੂਵਿੰਗ ਆਇਰਨ ਵੀ। ਠੀਕ ਆ, ਸੋ ਮੈਗਨੇਟਾਈਜ਼ ਜਿਹੜੇ ਆ ਸੇਮ ਪੋਲੈਰਿਟੀ 'ਤੇ ਹੋਏ ਆ, ਕਿਉਂਕਿ ਸੇਮ ਮੈਗਨੈਟਿਕ ਫੀਲਡ ਦੋਨਾਂ ਨਾਲ ਟੱਚ ਹੋਇਆ। ਇਹਦੇ ਵਿੱਚ ਵੀ ਨਾਰਥ, ਇਹਦੇ ਵਿੱਚ ਵੀ ਨਾਰਥ, ਜਾਂ ਇਹ 'ਚ ਵੀ ਸਾਊਥ, ਇਹ 'ਚ ਵੀ ਸਾਊਥ, ਦੋਨਾਂ 'ਚ ਕੋਈ ਵੀ, ਬਟ ਸੇਮ ਪੋਲੈਰਿਟੀ 'ਤੇ। ਸੇਮ ਪੋਲੈਰਿਟੀ ਇੱਕ ਦੂਜੇ ਨੂੰ ਰਿਪੈਲ ਕਰਦੀ ਆ, ਸੋ ਇਸ ਕਰਕੇ ਮੂਵਿੰਗ ਆਇਰਨ ਪੀਸ ਜਿਹੜਾ ਰਿਪੈਲ ਹੋਣਾ, ਇਹਦੇ ਰਿਪੈਲ ਹੋਣ ਕਰਕੇ ਕੀ ਹੋਣਾ, ਜਿਹੜਾ ਸਪਿੰਡਲ ਆ ਇਹਨੇ ਮੂਵ ਕਰਨਾ, ਸਪਿੰਡਲ ਦੇ ਮੂਵ ਕਰਨ ਦੇ ਨਾਲ ਹੀ ਕੀ ਆ, ਮੁੜ ਕੇ ਆਪਣੀ ਜਿਹੜੀ ਆਹ ਪੁਆਇੰਟਰ ਆ ਇਹਨੇ ਵੀ ਮੂਵ ਕਰਨਾ, ਅਤੇ ਸਪਰਿੰਗ ਜਿਹੜਾ ਇਹਨੇ ਕੰਟਰੋਲਿੰਗ ਟਾਰਕ ਪ੍ਰੋਵਾਈਡ ਕਰਨਾ, ਅਤੇ ਜਿਹੜੀ ਡੈਂਪਿੰਗ ਵੇਨ ਆ ਇਹਨੇ ਕੀ ਕਰਨਾ, ਓਸੀਲੇਸ਼ਨ ਅਨਵਾਂਟਡ ਜਿਹੜੀ ਆ ਉਹ ਹੋਣ ਤੋਂ ਰੋਕ ਦੇਣਾ। ਸੋ ਇਹ ਜਿਹੜੀ ਆ ਇਹਦੀ ਸਿੰਪਲ ਜਿਹੜੀ ਆ ਬਿਲਕੁਲ ਹੀ ਆਪਣੇ ਕੋਲ ਵਰਕਿੰਗ ਹੁੰਦੀ ਆ ਰਿਪਲਸ਼ਨ ਟਾਈਪ ਮੂਵਿੰਗ ਆਇਰਨ ਇੰਸਟਰੂਮੈਂਟਸ ਦੀ। ਹੁਣ ਮੇਰੇ ਕੋਲ ਜੇ ਆਪਾਂ ਗੱਲ ਕਰਦੇ ਹਾਂ ਵੀ ਜੇ ਡਾਇਰੈਕਸ਼ਨ ਆਪਾਂ ਰਿਵਰਸ ਕਰ ਦਈਏ, ਠੀਕ ਆ, ਸੋ ਜੇ ਆਪਾਂ ਡਾਇਰੈਕਸ਼ਨ ਮੰਨ ਲਓ ਪਹਿਲਾਂ ਨਾਰਥ ਪੋਲੈਰਿਟੀ ਬਣਦੀ ਸੀਗੀ ਮੂਵਿੰਗ ਜਿਹੜੇ ਆਪਣੇ ਕੋਲ ਵੇਨ ਅਤੇ ਫਿਕਸਡ ਵੇਨ ਆ, ਜੇ ਆਪਾਂ ਉਹਦੀ ਪੋਲੈਰਿਟੀ ਨੂੰ ਚੇਂਜ ਕਰ ਦਿੰਦੇ ਹਾਂ ਕੋਇਲ ਦੇ ਵਿੱਚ ਤਾਂ ਫਿਰ ਕੀ ਹੋਊਗਾ, ਫਿਰ ਦੋਨਾਂ 'ਚ ਸਾਊਥ ਬਣ ਜੂਗੀ। ਬਟ ਐਕਚੁਅਲ ਦੇ ਵਿੱਚ ਪਹਿਲਾਂ ਜਿੱਦਾਂ ਨਾਰਥ ਸੀ ਉੱਦਾਂ ਹੀ ਹੁਣ ਸਾਊਥ ਪੋਲੈਰਿਟੀ ਬਣ ਗਿਆ, ਤਾਂ ਕਰਨਾ ਤਾਂ ਦੋਨਾਂ ਨੇ ਤਾਂ ਵੀ ਰਿਪੈਲ ਹੀ ਆ। ਠੀਕ ਆ, ਪਹਿਲਾਂ ਆਪਾਂ ਮੰਨ ਲਓ ਫੇਸ ਤੇ ਨਿਊਟਰਲ ਜਿਹੜੇ ਆ ਜਾਂ ਪੋਜ਼ੀਟਿਵ ਨੈਗੇਟਿਵ ਜਿਹੜੇ ਆਪਾਂ ਇੱਥੇ ਪੋਜ਼ੀਟਿਵ ਦਿੱਤਾ, ਇੱਥੇ ਨੈਗੇਟਿਵ ਦਿੱਤਾ, ਉਸ ਟਾਈਮ ਕੀ ਹੋਇਆ, ਇੱਥੇ ਨਾਰਥ ਬਣ ਗਏ। ਉਸ ਟਾਈਮ ਇਹ ਫਿਕਸਡ ਕੋਇਲ ਅਤੇ ਮੂਵਿੰਗ ਕੋਇਲ ਨੇ ਰਿਪੈਲ ਕਰਨਾ ਇੱਕ ਦੂਜੇ ਨੂੰ। ਮੂਵਿੰਗ ਕੋਇਲ ਜਿਹੜੀ ਆ ਫਿਕਸਡ ਕੋਇਲ ਨੇ ਤਾਂ ਹੁਣ ਚੇਂਜ ਨਹੀਂ ਹੋਣਾ, ਇਹਦਾ ਠੀਕ ਠਾਕ ਤਾਂ ਆਪਣੀ ਜਗ੍ਹਾ 'ਤੇ ਖੜੀ ਹੈ। ਠੀਕ ਆ, ਬਟ ਮੂਵੇਬਲ ਜਿਹੜੀ ਆ ਇਹ ਮੂਵ ਹੋ ਸਕਦੀ, ਇਹਨੇ ਮੂਵ ਕਰ ਜਾਣਾ ਅੱਗੇ। ਇੱਦਾਂ ਜੇ ਇੱਥੇ ਫੇਸ 'ਤੇ ਨਿਊਟਰਲ ਦਿੱਤਾ ਸੀ, ਹੁਣ ਆਪਾਂ ਇੱਥੇ ਫੇਸ ਦੇ ਕੇ ਇੱਥੇ ਨਿਊਟਰਲ ਦੇ ਦਾਂਗੇ, ਤਾਂ ਫਿਰ ਇਹਨਾਂ ਦੋਨਾਂ 'ਚ ਸਾਊਥ ਬਣ ਜਾਣਾ। ਗੱਲ ਤਾਂ ਫਿਰ ਉਹੀ ਆ ਗਈ, ਦੋਨਾਂ ਨੇ ਕੀ ਕਰਨਾ, ਤਾਂ ਵੀ ਇੱਕ ਦੂਜੇ ਨੂੰ ਰਿਪੈਲ ਹੀ ਕਰਨਾ, ਬਿਕੋਜ਼ ਆਫ ਦਾ ਸੇਮ ਪੋਲੈਰਿਟੀਜ਼ ਔਨ ਬੋਥ ਫਿਕਸਡ ਵੇਨ ਐਂਡ ਮੂਵਿੰਗ ਵੇਨ, ਔਰ ਆਪਾਂ ਕਹਿ ਸਕਦੇ ਫਿਕਸਡ ਆਇਰਨ ਔਰ ਮੂਵਿੰਗ ਆਇਰਨ। ਸੋ ਇਹਦੇ ਕਰਕੇ ਕੀ ਹੋਣਾ ਕਿ ਆਪਣਾ ਜਿਹੜਾ ਆਊਟਪੁੱਟ ਆ ਉਹ ਆਪਣੇ ਕੋਲ ਸ਼ੋ ਹੋਊਗੀ ਹੀ, ਭਾਵੇਂ ਆਪਾਂ ਕਨੈਕਸ਼ਨ ਜਿਹੜੇ ਆ ਰਿਵਰਸ ਵੀ ਕਰ ਦਈਏ। ਸੋ ਇਸ ਕਰਕੇ ਇਹਨੂੰ ਆਪਾਂ ਕੀ ਆ AC ਸਪਲਾਈ 'ਤੇ ਵੀ ਯੂਜ਼ ਕਰ ਸਕਦੇ ਹਾਂ, ਅਤੇ ਇਹਨੂੰ ਆਪਾਂ DC ਸਪਲਾਈ 'ਤੇ ਵੀ ਯੂਜ਼ ਕਰ ਸਕਦੇ ਹਾਂ, ਦੋਨੋਂ ਨੂੰ ਹੀ। ਡਾਇਰੈਕਸ਼ਨ ਟਾਈਪ ਮੂਵਿੰਗ ਆਇਰਨ ਇੰਸਟਰੂਮੈਂਟਸ ਨੂੰ ਵੀ ਅਤੇ ਰਿਪਲਸ਼ਨ ਟਾਈਪ ਵੀ। ਇਹ ਯਾਦ ਰੱਖਣਾ, ਇਹ ਕਈ ਵਾਰ ਕੰਪੀਟੀਟਿਵ ਐਗਜ਼ਾਮ 'ਚ ਵੀ ਕੁਐਸਚਨ ਪੁੱਛ ਲੈਂਦੇ ਹੁੰਦੇ ਆ ਕਿ ਜਿਹੜਾ ਮੂਵਿੰਗ ਆਇਰਨ ਇੰਸਟਰੂਮੈਂਟ ਹੁੰਦਾ ਆ ਉਹਨੂੰ ਆਪਾਂ ਕਿਹੜੀ ਸਪਲਾਈ 'ਤੇ ਯੂਜ਼ ਕਰ ਸਕਦੇ ਹਾਂ। ਉਹ 'ਚ ਤੁਹਾਨੂੰ ਆਪਸ਼ਨ ਆ ਸਕਦੀ ਹੈ AC DC ਔਰ ਬੋਥ, ਜਾਂ ਫਿਰ ਨਨ ਆਫ ਅਬਵ। ਠੀਕ ਆ, ਸੋ ਉਹਦੇ ਵਿੱਚ ਜਿਹੜਾ ਆਨਸਰ ਆਊਗਾ ਤੁਹਾਡਾ ਬੋਥ AC ਐਂਡ DC ਆਊਗਾ। ਮੂਵਿੰਗ ਆਇਰਨ ਇੰਸਟਰੂਮੈਂਟ ਯਾਦ ਰੱਖਿਓ। ਜੇ ਮੂਵਿੰਗ ਕੋਇਲ ਇੰਸਟਰੂਮੈਂਟ ਦੀ ਗੱਲ ਕਰਦੇ ਹਾਂ, ਉਹ ਅੱਗੇ ਪੜ੍ਹਨਾ ਆਪਾਂ, ਉਹ ਸਿਰਫ DC ਸਪਲਾਈ 'ਤੇ ਯੂਜ਼ ਹੁੰਦਾ, ਬਟ ਮੂਵਿੰਗ ਆਇਰਨ ਜਿਹੜਾ ਉਹ AC ਸਪਲਾਈ 'ਤੇ ਵੀ ਯੂਜ਼ ਕਰ ਸਕਦੇ ਆਪਾਂ, ਅਤੇ DC ਸਪਲਾਈ 'ਤੇ ਵੀ ਯੂਜ਼ ਕਰ ਸਕਦੇ ਆ। ਹੁਣ ਨੈਕਸਟ ਮੇਰੇ ਕੋਲ ਆ ਜਾਂਦੇ ਕਿ ਐਡਵਾਂਟੇਜਸ ਕੀ ਹੈ ਇਹਦੇ। ਸੋ ਸਭ ਤੋਂ ਮੇਨ ਜਿਹੜਾ ਐਡਵਾਂਟੇਜਸ ਆ ਇਹ ਦੋਨਾਂ ਦੇ ਸੇਮ ਹੀ ਆ ਜਾਣੇ ਆ। ਠੀਕ ਆ, ਜਿਹੜਾ ਆਪਣਾ ਮੂਵਿੰਗ ਆਇਰਨ ਅਟਰੈਕਸ਼ਨ ਟਾਈਪ ਸੀ ਜਾਂ ਰਿਪਲਸ਼ਨ ਟਾਈਪ, ਸੇਮ ਐਡਵਾਂਟੇਜ ਆ ਜਾਣੇ ਆਲਮੋਸਟ ਇਹਦੇ। ਸੋ ਇਹ ਕਾਸਟ ਇਹਨਾਂ ਦੀ ਬਹੁਤ ਘੱਟ ਹੁੰਦੀ ਹੈ, ਅਤੇ ਮਕੈਨੀਕਲੀ ਬੜੇ ਸਟਰੋਂਗ ਹੁੰਦੇ, ਅਤੇ ਸਿੰਪਲ ਕੰਸਟਰਕਸ਼ਨ ਹੁੰਦੀ ਹੈ ਇਹਨਾਂ ਦੀ। ਸਭ ਤੋਂ ਜਿਹੜੀ ਮੇਨ ਐਡਵਾਂਟੇਜ ਹੈ ਇਹਨਾਂ ਦੀ ਕਿ ਕਾਸਟ ਘੱਟ ਆ, ਮਕੈਨੀਕਲੀ ਰੋਬਸਟ ਹੁੰਦੇ ਆ, ਇਨਕੇ ਸਟਰੋਂਗ ਹੁੰਦੇ ਆ, ਅਤੇ ਸਿੰਪਲ ਹੁੰਦੇ ਕੰਸਟਰਕਸ਼ਨ ਇਹਨਾਂ ਦੀ।
ਬਾਕੀ ਦੂਸਰੀ ਐਡਵਾਂਟੇਜ ਇਹ ਆ ਵੀ AC DC ਦੋਨੋਂ ਇੰਸਟਰੂਮੈਂਟਸ 'ਤੇ ਹੀ ਆਪਾਂ ਯੂਜ਼ ਕਰ ਸਕਦੇ ਹਾਂ, ਬਟ ਇਹ ਜ਼ਰੂਰ ਆ ਵੀ DC ਦੇ ਵਿੱਚ ਜਿਹੜੀ ਇਹਦੀ ਪ੍ਰੈਸੀਜਨ ਆ, ਪ੍ਰਸਾਈਜ਼ ਵੈਲਿਊ ਆਊਗੀ, ਕਿਉਂਕਿ AC ਅਲਟਰਨੇਟਿੰਗ ਹੁੰਦਾ ਨਾ, ਉਹ 'ਚ ਇੰਡਕਟੈਂਸ ਵਗੈਰਾ ਦਾ ਫਿਨੋਮੀਨਾ ਵੀ ਆ ਜਾਂਦਾ, ਰੈਜ਼ਿਸਟੈਂਸ ਜ਼ਿਆਦਾ ਹੋ ਜਾਂਦੀ ਹੈ। ਬਟ DC ਦੇ ਵਿੱਚ ਕੀ ਹੋਊਗਾ, DC 'ਚ ਰੈਜ਼ਿਸਟੈਂਸ ਘੱਟ ਹੁੰਦੀ, ਇੰਡਕਟੈਂਸ ਦਾ ਫਿਨੋਮੀਨਾ ਵੀ ਘੱਟ ਹੁੰਦਾ, ਇਸ ਕਰਕੇ DC 'ਚ ਵੈਲਿਊ ਪਿਓਰ ਦਊਗਾ, ਵਧੀਆ ਵੈਲਿਊ ਦਊਗਾ ਐਜ਼ ਕੰਪੇਅਰ ਟੂ AC। ਦੈਨ ਐਕੂਰੇਟ ਵੀ ਹੁੰਦੇ ਆ ਇਹ ਇੰਸਟਰੂਮੈਂਟ, ਠੀਕ ਆ। ਬਾਕੀ ਆਪਰੇਟਿੰਗ ਟਾਰਕ ਇਹਨਾਂ ਦਾ ਹਾਈ ਹੁੰਦਾ। ਆਪਰੇਟਿੰਗ ਟਾਰਕ ਹਾਈ ਹੋਣ ਦਾ ਮਤਲਬ ਕਿ ਈਜ਼ੀਲੀ ਆਪਾਂ ਨੂੰ ਕੀ ਆ, ਟਾਈਮਲੀ ਇਹ ਜਿਹੜਾ ਬਿਲਕੁਲ ਇੱਕਦਮ ਰੀਡਿੰਗ ਦੇ ਦਿੰਦੇ ਆ, ਇਹ ਨਹੀਂ ਕਿ ਸਲੋਲੀ ਮੂਵ ਕਰਦੇ, ਇੱਕਦਮ ਆਪਾਂ ਨੂੰ ਜਿਹੜਾ ਇਹ ਰੀਡਿੰਗ ਦੇ ਦਿੰਦੇ ਆ। ਨੈਕਸਟ ਐਡਵਾਂਟੇਜ ਆਪਣੇ ਕੋਲ ਇਹਦਾ ਆ ਜਾਂਦਾ ਵੀ ਦੇ ਕੈਨ ਵਿਦਸਟੈਂਡ ਓਵਰਲੋਡ ਮੋਮੈਂਟਲੀ, ਯਾਨੀ ਕਿ ਜੇ ਓਵਰਲੋਡ ਵੀ ਹੋ ਜਾਂਦਾ ਇਹ ਇੰਸਟਰੂਮੈਂਟ ਤਾਂ ਵੀ ਇਹ ਲੋਡ ਨੂੰ ਵੀ ਕੀ ਆ ਕੈਰੀ ਕਰ ਸਕਦੇ ਆ। ਲੋਡ ਨੂੰ ਤਾਂ ਕੈਰੀ ਕਰ ਸਕਦੇ ਕਿਉਂਕਿ ਟਾਰਕ ਇਹਦਾ ਅੱਛਾ ਹੁੰਦਾ, ਠੀਕ ਹੈ। ਸੋ ਟਾਰਕ ਅੱਛਾ ਹੋਊਗਾ ਤਾਂ ਤੁਹਾਡਾ ਕੀ ਆ, ਲੋਡ ਨੂੰ ਤੁਸੀਂ ਈਜ਼ੀਲੀ ਕੈਰੀ ਕਰ ਸਕਦੇ ਆ। ਜਿੱਦਾਂ ਤੁਸੀਂ ਕਾਰ ਦੇ ਵਿੱਚ ਵੀ ਦੇਖੋ, ਜਿਹੜੀ ਕਾਰ ਦਾ ਟਾਰਕ ਜਿਹੜਾ ਹੋਊਗਾ ਉਹ ਜ਼ਿਆਦਾ ਹੋਊਗਾ, ਉਹ ਕੀ ਆ ਲੋਡ ਨੂੰ ਈਜ਼ੀਲੀ ਜਿਹੜਾ ਹੈ ਕੈਰੀ ਕਰ ਸਕਦੀ ਆ, ਠੀਕ ਆ। ਸੋ ਉੱਦਾਂ ਹੀ ਇਹਦਾ ਵੀ ਟਾਰਕ ਅੱਛਾ ਹੁੰਦਾ ਕਰਕੇ ਇਹ ਲੋਡ ਨੂੰ ਈਜ਼ੀਲੀ ਕੈਰੀ ਕਰ ਸਕਦੀ ਹੈ। ਹੁਣ ਨੈਕਸਟ ਆਉਂਦਾ ਵੀ ਡਿਸਐਡਵਾਂਟੇਜਸ ਕੀ ਆ। ਡਿਸਐਡਵਾਂਟੇਜ ਇਹਦੇ ਸਭ ਤੋਂ ਮੇਨ ਤੁਹਾਨੂੰ ਮੈਂ ਸ਼ਾਇਦ ਪਹਿਲਾਂ ਵੀ ਦੱਸਿਆ ਸੀਗਾ ਵੀ ਦੇ ਕੈਨ ਬੀ ਕੈਲੀਬਰੇਟਡ ਵਿਦ ਹਾਈ ਡਿਗਰੀ ਆਫ ਪ੍ਰੈਸੀਜਨ ਵਿਦ DC ਔਨ ਅਕਾਊਂਟ ਆਫ ਦ ਇਫੈਕਟ ਆਫ ਹਿਸਟੈਰਿਸਿਸ ਐਂਡ ਇਨ ਦ ਆਇਰਨ ਰੋਡਸ ਔਰ ਵੇਨ। ਸੋ ਹਾਈ ਡਿਗਰੀ ਆਫ ਪ੍ਰੈਸੀਜਨ ਜਿਹੜੀ ਆ DC ਦੇ ਨਾਲ ਆਪਾਂ ਨਹੀਂ ਕਰ ਸਕਦੇ, ਠੀਕ ਆ। ਬਹੁਤ ਜ਼ਿਆਦਾ ਪ੍ਰਸਾਈਜ਼ ਜਿਹੜਾ ਉਹ ਆਪਾਂ ਨਹੀਂ DC ਦੇ ਵਿੱਚ ਰੀਡਿੰਗ ਲੈ ਸਕਦੇ। ਵੈਸੇ ਤਾਂ AC ਦੇ ਵਿੱਚ AC ਨਾਲੋਂ ਇਹ DC ਦੇ ਉੱਪਰ ਅੱਛਾ ਕੰਮ ਕਰੂਗਾ, ਬਟ ਫਿਰ ਵੀ ਜਿਹੜੀ ਆ ਪ੍ਰਸਾਈਜ਼ ਜਿਹੜੀ ਆ ਉਹ ਰੀਡਿੰਗ ਆਪਾਂ ਨੂੰ ਨਹੀਂ ਮਿਲੂਗੀ, ਠੀਕ ਹੈ। ਕਿਉਂਕਿ ਹਿਸਟੈਰਿਸਿਸ ਲਾਸ ਸਮਝਦੇ ਨਾ, ਆਇਰਨ ਦੇ ਵਿੱਚ ਜਿਹੜੇ ਹੁੰਦੇ ਆ ਆਪਣੇ, ਆਪਾਂ ਟਰਾਂਸਫਾਰਮਰ ਦੇ ਵਿੱਚ ਵੀ ਇਹ ਸਟੱਡੀ ਕੀਤੇ ਸੀਗੇ ਕਿ ਜਦੋਂ ਵੀ ਆਪਣੀ ਜਿਹੜੀ ਹੁੰਦੀ ਆ ਮੈਗਨੈਟਿਕ ਰਿਵਰਸਲ ਹੁੰਦਾ, ਜਿਹੜਾ ਮੈਗਨੈਟਿਕ ਰਿਵਰਸਲ ਦੇ ਕਰਕੇ ਬਹੁਤ ਸਾਰੀ ਉੱਥੇ ਕੀ ਆ ਹੀਟ ਪ੍ਰੋਡਿਊਸ ਹੁੰਦੀ ਆ, ਉਹਨੂੰ ਆਪਾਂ ਹਿਸਟੈਰਿਸਿਸ ਲਾਸ ਕਹਿ ਦਿੰਦੇ ਆ। ਸੋ ਆਇਰਨ ਦੇ ਵਿੱਚ ਜਿਹੜੇ ਹੁੰਦੇ ਹਿਸਟੈਰਿਸਿਸ ਲਾਸ ਬਹੁਤ ਹੁੰਦੇ, ਜਿਹਦੇ ਕਰਕੇ ਕੀ ਆ ਇਹਨੂੰ ਆਪਾਂ ਹਾਈਲੀ ਪ੍ਰਸਾਈਜ਼ ਨਹੀਂ ਆਪਾਂ ਕਰ ਸਕਦੇ, ਇਹਨੂੰ ਬਾਕੀ ਇਹਨੂੰ ਕੈਲੀਬਰੇਟ ਕਰਨਾ ਵੀ ਜਿਹੜਾ ਹੁੰਦਾ ਥੋੜ੍ਹਾ ਜਿਹਾ ਮੁਸ਼ਕਿਲ ਹੁੰਦਾ। ਬਟ ਉੱਦਾਂ ਇਹ DC ਦੇ ਉੱਪਰ ਜਿਹੜਾ ਸਹੀ ਤਰੀਕੇ ਨਾਲ ਵਰਕ ਕਰਦੇ ਆ ਐਜ਼ ਕੰਪੇਅਰ ਟੂ AC। ਨੈਕਸਟ ਮੇਰੇ ਕੋਲ ਕੀ ਆ, ਦੇ ਹੈਵ ਨੋਨ ਯੂਨੀਫਾਰਮ ਸਕੇਲ, ਸੋ ਡਿਫੀਕਲਟ ਟੂ ਗੈਟ ਐਕੂਰੇਟ ਰੀਡਿੰਗ ਐਟ ਦਾ ਐਂਡ। ਨੋਨ ਯੂਨੀਫਾਰਮ ਸਕੇਲ ਦਾ ਉਹੀ ਆ ਆਪਣੇ ਕੋਲ ਕਿ ਜਿਹੜੀ ਰੀਡਿੰਗ ਹੁੰਦੀ ਉਹ ਆਈ ਸਕੇਅਰ ਦੇ ਪ੍ਰੋਪੋਰਸ਼ਨਲ ਹੁੰਦੀ ਆ, ਜਿਹਦੇ ਕਰਕੇ ਕੀ ਹੁੰਦਾ, ਜੇ ਮੰਨ ਲਓ 1 ਪੁਆਇੰਟ ਆਪਣਾ ਕਰੰਟ ਜਿਹੜਾ ਹੈ ਇਨਕਰੀਜ਼ ਹੋਇਆ ਤਾਂ ਇਟ ਮੀਨਸ ਕਿ ਕਰੰਟ 2 ਟਾਈਮ ਇਨਕਰੀਜ਼ ਹੋਇਆ, ਠੀਕ ਹੈ। ਆਈ ਸਕੇਅਰ ਦੇ ਪ੍ਰੋਪੋਰਸ਼ਨ, ਜੇ ਯੂਨੀਫਾਰਮ ਹੋਇਆ ਤਾਂ ਉਹ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੀ ਹੈ। ਨੈਕਸਟ ਇਹਦਾ ਡਿਸਐਡਵਾਂਟੇਜ ਇਹ ਆ ਕਿ ਇਹ ਬਹੁਤ ਜ਼ਿਆਦਾ ਸੈਂਸਿਟਿਵ ਨਹੀਂ ਹੁੰਦੇ, ਠੀਕ ਆ। ਸੈਂਸਿਟਿਵ ਨਹੀਂ ਹੁੰਦੇ ਇਹ, ਮੈਗਨੈਟਿਕ ਫੀਲਡ ਦੇ ਥਰੂ ਲਿੰਕ ਹੁੰਦਾ ਇਹਦਾ, ਉਹਦੇ ਕਰਕੇ ਇੰਨੇ ਸੈਂਸਿਟਿਵ ਨਹੀਂ ਹੁੰਦੇ ਇਹ। ਯਾਨੀ ਕਿ ਜੇ ਚੇਂਜ ਆਉਂਦਾ ਥੋੜ੍ਹਾ ਜਿਹਾ ਕਰੰਟ ਦੇ ਵਿੱਚ ਤਾਂ ਇਹ ਉਹਨੂੰ ਇੰਨੀ ਜਲਦੀ ਸੈਂਸ ਨਹੀਂ ਕਰ ਪਾਉਂਦੇ। ਜਿੱਦਾਂ ਮੰਨ ਲਓ ਔਨ ਗੋਇੰਗ ਸਰਕਟ ਦੇ ਵਿੱਚ ਲਾਇਆ ਤੁਸੀਂ ਐਮੀਟਰ ਮੂਵਿੰਗ ਆਇਰਨ ਇਸ ਟਾਈਪ ਦਾ, ਤਾਂ ਉਹਦੇ ਵਿੱਚ ਕੀ ਹੋਊਗਾ, ਜਦੋਂ ਕਰੰਟ ਦੀ ਵੈਲਿਊ ਥੋੜ੍ਹੀ ਜਿਹੀ ਚੇਂਜ ਹੋਊਗੀ ਇੰਨੀ ਜਲਦੀ ਉਸ ਚੀਜ਼ ਨੂੰ ਸੈਂਸ ਨਹੀਂ ਕਰ ਪਾਊਗਾ। ਨੈਕਸਟ ਪਾਵਰ ਕੰਜ਼ੰਪਸ਼ਨ ਵੀ ਇਹਦੀ ਜ਼ਿਆਦਾ ਹੁੰਦੀ, ਬਿਕੋਜ਼ ਮੈਗਨੈਟਿਕ ਫੀਲਡ ਆ ਗਿਆ, ਰਿਲੈਕਟੈਂਸ ਆ ਗਈ ਆ, ਏਅਰ ਦੇ ਥਰੂ ਸਾਰਾ ਕੁਝ ਹੋ ਰਿਹਾ, ਏਅਰ ਦੀ ਰਿਲੈਕਟੈਂਸ ਜ਼ਿਆਦਾ ਹੁੰਦੀ ਆ, ਉਹਦੇ ਕਰਕੇ ਹੀਟ ਪ੍ਰੋਡਿਊਸਿੰਗ। ਬਾਕੀ ਆਪਾਂ ਆਇਰਨ ਦੀਆਂ ਮੀਨਸ ਯੂਜ਼ ਕੀਤੀਆਂ, ਆਇਰਨ ਦੇ ਵਿੱਚ ਹਿਸਟੈਰਿਸਿਸ ਲਾਸ ਵੀ ਆ ਜਾਂਦੇ ਆ ਆਪਣੇ ਕੋਲ, ਜਿਹਦੇ ਕਰਕੇ ਇਹਦੀ ਪਾਵਰ ਕੰਜ਼ੰਪਸ਼ਨ ਜਿਹੜੀ ਆ ਉਹ ਜ਼ਿਆਦਾ ਹੋਣੀ ਆ। ਬਾਕੀ ਇਹ ਪੁਆਇੰਟ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਵੀ ਦੱਸਦਾ ਸੀਗਾ ਕਿ ਚੇਂਜ ਇਨ ਫ੍ਰੀਕੁਐਂਸੀ ਜਿਹੜੀ ਆ ਨਾ ਉਹ AC ਦੇ ਵਿੱਚ ਐਰਰ ਕ੍ਰੀਏਟ ਕਰ ਸਕਦੀ ਹੈ, ਯਾਨੀ ਕਿ ਕੌਨਸਟੈਂਟ ਫ੍ਰੀਕੁਐਂਸੀ 'ਤੇ ਹੀ। ਇਸੇ ਕਰਕੇ ਸਭ ਤੋਂ ਪਹਿਲਾਂ ਇਹੀ ਚੀਜ਼ ਲਿਖੀ ਸੀਗੀ, ਆਪਾਂ ਤੁਹਾਨੂੰ ਇੱਥੇ ਦਿਖਾਉਣਾ ਮੈਂ ਕਿ ਆਹ ਦੇਖੋ, ਐਕੂਰੇਟ ਐਟ ਫਿਕਸਡ ਪਾਵਰ ਸਪਲਾਈ ਫ੍ਰੀਕੁਐਂਸੀ, ਯਾਨੀ ਕਿ ਫਿਕਸਡ ਪਾਵਰ ਸਪਲਾਈ ਫ੍ਰੀਕੁਐਂਸੀ ਹੋਊਗੀ ਤਾਂ ਹੀ ਇਹ ਕੀ ਆ ਐਕੂਰੇਟਲੀ ਜਿਹੜਾ ਆ ਕੰਮ ਕਰ ਸਕਣਗੇ। ਜੇ ਫ੍ਰੀਕੁਐਂਸੀ ਚੇਂਜ ਹੋਊਗੀ ਤਾਂ ਇਹਦੇ ਵਿੱਚ ਕੀ ਆ ਐਰਰ ਆਉਣ ਦੇ ਚਾਂਸਸ ਜਿਹੜੇ ਹੁੰਦੇ ਆ ਥੋੜ੍ਹੇ ਜ਼ਿਆਦਾ ਹੁੰਦੇ ਆ, ਠੀਕ ਆ। ਇਹ ਚੀਜ਼ ਨੂੰ ਆਪਣੇ ਮਾਈਂਡ 'ਚ ਰੱਖਣਾ। ਸੋ ਅੱਜ ਦਾ ਆਪਣਾ ਜਿਹੜਾ ਸੀਗਾ ਟੌਪਿਕ ਇੰਨੇ ਹੀ ਸੀਗੇ, 2 ਟੌਪਿਕ ਹੀ ਸੀਗੇ ਅੱਜ ਵਾਸਤੇ ਆਪਣੇ, ਮੂਵਿੰਗ ਆਇਰਨ ਇੰਸਟਰੂਮੈਂਟ ਅਤੇ ਮੂਵਿੰਗ ਆਇਰਨ ਇੰਸਟਰੂਮੈਂਟ ਦੇ 2 ਟਾਈਪਸ, ਅਟਰੈਕਸ਼ਨ ਟਾਈਪ ਮੂਵਿੰਗ ਆਇਰਨ ਇੰਸਟਰੂਮੈਂਟ ਅਤੇ ਰਿਪਲਸ਼ਨ ਟਾਈਪ ਜਿਹੜੇ ਮੂਵਿੰਗ ਆਇਰਨ ਇੰਸਟਰੂਮੈਂਟ। ਬਾਕੀ ਕੋਈ ਕੁਐਸਚਨ ਹੋਊਗਾ ਤੁਹਾਡਾ ਮੈਸੇਜ ਕਰ ਦਿਓ ਅਤੇ ਨੋਟਸ ਆਪਣੇ ਨਾਲ ਦੀ ਨਾਲ ਬਣਾਈ ਜਾਈਓ। ਬਾਕੀ ਹੁਣ ਨੈਕਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਪਰਮਾਨੈਂਟ ਮੈਗਨੈਟ ਮੂਵਿੰਗ ਕੋਇਲ ਇੰਸਟਰੂਮੈਂਟ। ਜਿੱਦਾਂ ਇਹ ਇੰਸਟਰੂਮੈਂਟ ਤਾਂ ਆਪਣੇ AC ਅਤੇ DC ਦੋਨਾਂ 'ਤੇ ਵਰਕ ਕਰਦੇ ਨਾ, ਜਿਹੜੇ ਮੂਵਿੰਗ ਕੋਇਲ ਇੰਸਟਰੂਮੈਂਟਸ ਹੁੰਦੇ ਆ ਉਹ ਸਿਰਫ DC 'ਤੇ ਹੀ ਵਰਕ ਕਰਦੇ ਆ, ਠੀਕ ਹੈ। ਥੈਂਕ ਯੂ।